ਸੈਸ਼ਨ ਦਾ ਖੈ ਟਾਈਟਲ ਹੈ ਅਰਸਤੂ ਦੀ ਪੁਨਰ ਪੜ੍ਹਤ। ਤਾਂ ਮੈਂ ਤਿੰਨ ਗੱਲਾਂ ਕਹਿ ਕੇ ਅੱਜ ਜਿਹੜੀ ਸਵਾਲ ਜਵਾਬ ਦੀ ਲੜੀ ਸ਼ੁਰੂ ਕਰੂੰਗਾ। ਪਹਿਲੀ ਗੱਲ ਤਾਂ ਇਹ ਕਿ ਪ੍ਰੋਫੈਸਰ ਰਾਜੇਸ਼ ਸ਼ਰਮਾ ਮੇਰੇ ਉਹਨਾਂ ਤੋਂ ਬਹੁਤ ਕੁਝ ਸਿੱਖਿਆ ਤੇ ਪ੍ਰੋਫੈਸਰ ਲਹਿਰੀ ਵੀ 15-20 ਹਮੇਸ਼ਾ ਡਿਸਕਸ਼ਨ ਡਾਇਲੌਗ ਚੱਲਦਾ ਰਹਿੰਦਾ, ਕੁਝ ਨਾ ਕੁਝ ਸਿੱਖਦੇ ਰਹਿਣ ਵੀ। ਦੂਸਰੀ ਗੱਲ ਇਹ ਪਹਿਲੀ ਗੱਲ ਤਾਂ ਇਹ ਸੀਗੀ ਕਿ ਦੋਨੋਂ ਅਧਿਆਪਕ ਨੇ ਬਹੁਤ ਕੁਝ ਸਿੱਖਿਆ ਇਹਨਾਂ ਤੋਂ। ਦੂਸਰੀ ਗੱਲ ਇਹ ਹੈ ਕਿ ਜਿਹੜਾ ਅਰਸਤੂ ਜਾਂ ਅਰਿਸਟੋਟਲ ਹੈ ਇਹ MA ਅੰਗਰੇਜ਼ੀ 'ਚ, MA ਹਿੰਦੀ 'ਚ ਤੇ MA ਪੰਜਾਬੀ 'ਚ ਤਿੰਨੇ ਜਿਹੜੀਆਂ ਭਾਸ਼ਾਵਾਂ ਦੇ ਵਿੱਚ ਲੱਗਿਆ ਹੋਇਆ ਸਿਲੇਬਸ। ਤਾਂ ਇਸ ਕਰਕੇ ਜਿਹੜੀ ਗੱਲਬਾਤ ਜਾਂ ਸਵਾਲਾਂ ਦਾ ਨੂੰ ਅਸੀਂ ਸਵਾਲਾਂ ਜਵਾਬਾਂ ਨੂੰ ਅਸੀਂ ਵਿਦਿਆਰਥੀ ਕੇਂਦਰਿਤ ਹੋ ਕੇ ਇਹ ਸਾਰਾ ਸੈਸ਼ਨ ਚਲਾਵਾਂਗੇ। ਤੇ ਤੀਸਰੀ ਗੱਲ ਇਹ ਕਿ ਮੇਰੇ ਨਾਲ ਇੰਡੀਆ ਦੇ ਦੋ ਜਾਂ ਪੰਜਾਬ ਦੇ ਦੋ ਵੱਡੇ ਵਿਦਵਾਨ ਜਾਂ ਜਿਨ੍ਹਾਂ ਦੀ ਅਥਾਰਟੀ ਹੈ ਉਹ ਬੈਠੇ ਹੋਏ ਨੇ ਔਰ ਇਹ ਜਿਹੜੀ ਗੱਲ ਕਰਨ ਜਾ ਰਹੇ ਨੇ ਗ੍ਰੀਕ ਦੇ ਇੱਕ ਵਿਦਵਾਨ ਅਰਸਤੂ ਬਾਰੇ। ਦੋਸਤੋ ਇਹ ਵੀ ਇੱਕ ਹਿਸਟੋਰੀਕਲ ਇਵੈਂਟ ਹੀ ਹੈ ਕਿ ਜਦੋਂ ਅਸੀਂ ਅਰਸਤੂ ਤੇ ਗੱਲ ਕਰ ਰਹੇ ਹਾਂ ਔਰ ਅਰਸਤੂ ਤੇ ਸਾਡੇ ਦੋ ਅਧਿਆਪਕਾਂ ਨੇ ਹੁਣੇ ਹੀ ਜਿਹੜੀਆਂ ਪੁਸਤਕਾਂ ਲਿਖੀਆਂ ਨੇ। ਪ੍ਰੋਫੈਸਰ ਰਾਜੇਸ਼ ਸ਼ਰਮਾ ਦੀ ਜਿਹੜੀ ਪੁਸਤਕ ਹੈ ਉਹ ਰੀਰੀਡਿੰਗ ਅਰਿਸਟੋਟਲਸ ਪੋਇਟਿਕਸ, ਉਹ 2021 ਦੇ ਵਿੱਚ ਆਈ ਹੈ। ਔਰ ਜਿਹੜੀ ਪ੍ਰੋਫੈਸਰ ਲਹਿਰੀ ਦੀ ਅਰਸਤੂ ਦੇ ਕਾਵਿ ਸ਼ਾਸਤਰ ਦੀ ਨਵੀਂ ਪੜ੍ਹਤ ਇਹਨਾਂ ਦੀ 2018 ਦੇ ਵਿੱਚ ਆਈ ਹੈ। ਤਾਂ ਜਿਵੇਂ ਕੁਝ ਕੰਮ ਜਦੋਂ ਜਾਂਦੇ ਆ ਬਾਹਰ ਤਾਂ ਹਮੇਸ਼ਾ ਕਹਿ ਦਿੰਦੇ ਆ ਕਿ ਇਹ ਕੰਮ ਤਾਂ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ ਹੀ ਕਰ ਸਕਦੇ ਆ। ਜਦੋਂ ਲਾਇਬ੍ਰੇਰੀ ਨੂੰ ਖੋਲ੍ਹਣ ਦੀ ਗੱਲ ਆਉਂਦੀ ਹੈ, ਚਾਹੇ ਉਹ ਕਰੋਨਾ ਪੀਰੀਅਡ ਹੋਵੇ ਜਾਂ ਕਲਾਸਾਂ ਲਵਾਉਣ ਦੀ ਗੱਲ ਆਉਂਦੀ ਹੈ ਆਫਲਾਈਨ, ਤਾਂ ਅਕਸਰ ਜਦੋਂ ਬਾਹਰ ਜਾਂਦੇ ਆ ਤਾਂ ਲੋਕ ਕਹਿੰਦੇ ਆ ਕਿ ਇਹ ਸਿਰਫ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਟੂਡੈਂਟ ਹੀ ਕਰ ਸਕਦੇ ਨੇ। ਤਾਂ ਉਸੇ ਤਰ੍ਹਾਂ ਇਹ ਪੂਰੇ ਇੰਡੀਆ 'ਚ ਔਰ ਖਾਸ ਕਰ ਨਾਰਥ ਇੰਡੀਆ ਦੇ ਵਿੱਚ ਤਾਂ ਇਹ ਗੱਲ ਪੱਕੀ ਤਰ੍ਹਾਂ ਨਾਲ ਕਹਿ ਸਕਦੇ ਹਾਂ ਕਿ ਅਰਸਤੂ ਤੇ ਦੋ ਅਧਿਆਪਕਾਂ ਨੇ ਕਿਤਾਬਾਂ ਲਿਖੀਆਂ ਔਰ ਦੋਨੋਂ ਅਧਿਆਪਕ ਡਾਇਲੌਗ ਕਰਨ ਲਈ, ਡਿਸਕਸ਼ਨ ਕਰਨ ਲਈ, ਸਾਨੂੰ ਦੱਸਣ ਲਈ ਬੈਠੇ ਨੇ। ਇਹ ਬੜਾ ਇੱਕ ਹਿਸਟੋਰੀਕਲ ਇਵੈਂਟ ਵੀ ਹੈ ਤੇ ਇਹ ਮੈਨੂੰ ਲੱਗਦਾ ਇਹ ਵੀ ਕੰਮ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਧਿਆਪਕ ਹੀ ਕਰ ਸਕਦੇ ਸੀ ਤੇ ਇਹਨਾਂ ਨੇ ਕੀਤਾ। ਬਹੁਤ ਬਹੁਤ ਮੁਬਾਰਕ ਸਰ ਦੋਨੋਂ। ਜਿਸ ਤਰ੍ਹਾਂ ਅਰਿਸਟੋਟਲ ਆਪਾਂ ਨੂੰ ਸਾਰੇ ਆਪਾਂ ਬਚਪਨ ਤੋਂ ਹੀ ਪੜ੍ਹਦੇ ਆ ਰਹੇ ਹਾਂ, ਅਰਸਤੂ ਇਹ ਮਲਟੀ ਟੈਲੈਂਟਡ ਵਿਦਵਾਨ ਸੀਗਾ। ਇਹਨਾਂ ਨੇ ਪੋਲਿਟਿਕਸ ਬਾਰੇ ਵੀ ਲਿਖਿਆ, ਮੈਟਾਫਿਜ਼ਿਕਸ ਬਾਰੇ ਵੀ ਲਿਖਿਆ, ਲੌਜਿਕ ਬਾਰੇ ਵੀ ਲਿਖਿਆ, ਸਾਈਕੋਲੋਜੀ ਬਾਰੇ ਵੀ ਲਿਖਿਆ, ਐਥਿਕਸ ਬਾਰੇ ਵੀ ਲਿਖਿਆ, ਫਿਜ਼ਿਕਸ ਬਾਰੇ ਲਿਖਿਆ, ਐਸਟਰੋਨੋਮੀ ਬਾਰੇ ਲਿਖਿਆ, ਕੈਮਿਸਟਰੀ ਬਾਰੇ ਲਿਖਿਆ, ਮੈਥਮੈਟਿਕਸ ਬਾਰੇ ਲਿਖਿਆ, ਸਪੋਰਟਸ ਬਾਰੇ ਲਿਖਿਆ, ਲਾਅ ਬਾਰੇ ਲਿਖਿਆ, ਹੋਰ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ 'ਚ ਲਿਖੀਆਂ। ਲੇਕਿਨ ਅੱਜ ਜਦੋਂ ਅਸੀਂ ਪੋਲਿਟਿਕਸ ਤੇ ਗੱਲਬਾਤ ਕਰਨ ਜਾ ਰਹੇ ਹਾਂ ਤਾਂ ਪੋਲਿਟਿਕਸ ਦਾ ਜਿਹੜਾ ਮੂਲ ਵਿਸ਼ਾ ਹੈ ਉਹ ਲਿਟਰੇਰੀ ਥਿਊਰੀ ਹੈ, ਸਾਹਿਤਕ ਸਿਧਾਂਤ ਨੇ। ਉਸ ਦੇ ਬਾਰੇ ਆਪਾਂ ਕੋਸ਼ਿਸ਼ ਕਰਾਂਗੇ ਕਿ ਸਾਰੀ ਗੱਲ ਨੂੰ, ਕਿਉਂਕਿ ਪੋਲਿਟਿਕਸ ਕਿਤਾਬ ਦੇ ਜਿਹੜਾ ਕਾਵਿ ਸ਼ਾਸਤਰ ਹੈ ਅਰਸਤੂ ਦਾ ਉਸ ਤੇ ਕੇਂਦਰਿਤ ਹੈ। ਤਾਂ ਆਪਾਂ ਜਿਹੜੀ ਗੱਲਬਾਤ ਜਿਹੜੀ ਸ਼ੁਰੂ ਕਰਦੇ ਹਾਂ, ਪਹਿਲਾ ਸਵਾਲ ਮੈਂ ਪ੍ਰੋਫੈਸਰ ਲਹਿਰੀ ਨੂੰ ਪੁੱਛਦਾ ਕਿ ਕਿਉਂ ਅਸੀਂ 21ਵੀਂ ਸਦੀ 'ਚ ਆ ਕੇ ਕਿਉਂ ਅਸੀਂ ਲਿਟਰੇਰੀ ਥਿਊਰੀ ਕਿਉਂ ਜ਼ਰੂਰੀ ਹੈ। ਕਿਉਂਕਿ ਬਹੁਤ ਸਾਰੇ ਪਪੂਲਰ ਜਿਹੜੇ ਚੀਜ਼ਾਂ ਅਕਸਰ ਸੁਣਨ ਨੂੰ ਮਿਲਦੀਆਂ ਨੇ ਕਿ ਐਂਡ ਆਫ ਹਿਸਟਰੀ, ਐਂਡ ਆਫ ਥਿਊਰੀ ਔਰ ਹੋਰ ਕਿੰਨਾ ਕੁਛ, ਐਂਡ ਆਫ ਦਿਸ ਐਂਡ ਆਫ ਦੈਟ। ਤਾਂ ਸਰ ਕਿਉਂ ਇਹ ਜ਼ਰੂਰੀ ਹੈ ਲਿਟਰੇਰੀ ਥਿਊਰੀ ਦੀ ਗੱਲ ਕਰਨੀ, ਜਾਂ ਸਾਹਿਤ ਨਾਲ ਇਸ ਦਾ ਕੀ ਸੰਬੰਧ ਹੁੰਦਾ ਹੈ? ਤਾਂ ਲਹਿਰੀ ਸਾਹਿਬ। ਜਿਹੜਾ ਸਵਾਲ ਹੈ ਕਿਉਂ ਜ਼ਰੂਰੀ ਹੈ, ਅਸੀਂ ਅੱਜ ਵੀ ਜਦੋਂ ਪੜ੍ਹਦੇ ਹਾਂ ਜਾਂ ਪੜ੍ਹਾਉਂਦੇ ਹਾਂ ਤਾਂ ਇਹ ਸਵਾਲ ਬਾਰ-ਬਾਰ ਸਾਹਮਣੇ ਆਉਂਦਾ ਹੈ ਕਿ ਨਾਟਕ ਦਾ ਅਧਿਐਨ ਨਾਟਕ ਦੀ ਤਰ੍ਹਾਂ ਕੀਤਾ ਜਾਵੇ। ਜਦੋਂ ਕਿ ਸਾਡੇ ਕੋਲੇ ਬਹੁਤ ਵੱਡੇ ਵੱਡੇ ਵਿਦਵਾਨ ਜਿਹੜੇ ਨੇ ਉਹ ਇਸ ਥਿਊਰੀ ਦੇ ਉੱਪਰ ਕੰਮ ਕਰ ਚੁੱਕੇ ਨੇ
ਫਿਰ ਵੀ ਇਹ ਸਵਾਲ ਕਿਉਂ ਪ੍ਰੋਲੋਂਗ ਕਰ ਰਹੇ ਨੇ? ਇਸ ਦਾ ਕਾਰਨ ਇਹ ਹੈ ਕਿ ਕੁਝ ਮਸਲੇ ਨੇ ਜਿਹੜੇ ਰਿਜ਼ੋਲਵ ਨਹੀਂ ਹੋਏ ਜਾਂ ਸਾਡੇ ਤੱਕ ਨਹੀਂ ਪਹੁੰਚੇ। ਇਸ ਕਰਕੇ ਅਸੀਂ ਉਹਨਾਂ ਚੀਜ਼ਾਂ ਨੂੰ ਮੁੜ ਵੇਖਣ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਨੇ ਐਗਜ਼ੈਕਟਲੀ ਕੀ ਕਿਹਾ, ਕੀ ਉਹ ਸਾਡੀਆਂ ਗੱਲਾਂ ਦਾ ਉੱਤਰ ਦੇਣ ਦੇ ਸਮਰੱਥ ਨੇ, ਜਾਂ ਕੋਈ ਚੀਜ਼ ਡਿਵੀਏਟ ਹੋ ਰਹੀ ਹੈ, ਜਾਂ ਕਿਸੇ ਚੀਜ਼ ਨੂੰ ਅਸੀਂ ਹੀ ਸਮਝਣ ਦੇ ਸਮਰੱਥ ਹਾਂ। ਤਾਂ ਇਹਨਾਂ ਗੱਲਾਂ ਦੇ ਜਵਾਬ ਲੱਭਣ ਲਈ ਸਾਨੂੰ ਬਾਰ-ਬਾਰ ਉਹਨਾਂ ਜਿਹੜੀਆਂ ਵੱਡੀਆਂ ਮਹਾਨ ਟੈਕਸਟ ਨੇ ਉਹਨਾਂ ਦੇ ਅਧਿਐਨ ਵੱਲ ਜਾਣਾ ਪੈਂਦਾ ਹੈ, ਅਤੇ ਹਮੇਸ਼ਾ ਹੀ ਕੋਈ ਨਾ ਕੋਈ ਪੋਸੀਬਿਲਿਟੀ ਹੁੰਦੀ ਹੈ ਕਿ ਅਸੀਂ ਕੋਈ ਨਵੀਂ ਡਾਇਮੈਂਸ਼ਨ ਉਹਦੇ ਵਿੱਚੋਂ ਲੱਭਦੇ ਹਾਂ ਅਤੇ ਅੱਗੇ ਤੁਰਦੇ ਹਾਂ। ਮੈਂ ਪ੍ਰੋਫੈਸਰ ਰਾਜੇਸ਼ ਸ਼ਰਮਾ ਨੂੰ ਪੁੱਛਣਾ ਚਾਹਣਾ ਕਿ ਜਿਵੇਂ ਕਹਿੰਦੇ ਨੇ ਕਿ ਸਮਾਜ ਜਿਵੇਂ ਤਰੱਕੀ ਕਰਦਾ ਜਾਂਦਾ ਹੈ ਉਵੇਂ ਉਹਦਾ ਸਾਹਿਤ, ਜਿਹੜੇ ਲੋਕ ਨੇ ਉਹ ਵੀ ਕੰਪਲੈਕਸ ਹੁੰਦੇ ਜਾਂਦੇ ਨੇ ਤੇ ਸਾਹਿਤ ਵੀ ਕੰਪਲੈਕਸ ਹੁੰਦਾ ਜਾਂਦਾ ਹੈ। ਤਾਂ ਇਸ ਕੰਪਲੈਕਸ ਜਿਹੜੇ ਗੁੰਝਲਦਾਰ ਸਾਹਿਤ ਨੂੰ ਸਮਝਣ ਲਈ ਜਿਹੜੀ ਲਿਟਰੇਰੀ ਥਿਊਰੀ ਕਿੰਨੀ ਕੁ ਸਾਰਥਕ ਹੈ, ਕਿੰਨੀ ਕੁ ਅੱਜ ਉਸ ਦੀ ਲੋੜ? ਇੱਕ ਤਾਂ ਮੈਂ ਇਹ ਨਹੀਂ ਮੰਨਦਾ ਕਿ ਪੋਇਟਿਕਸ ਲਿਟਰੇਰੀ ਥਿਊਰੀ ਦੀ ਪ੍ਰਾਇਮਰੀਲੀ ਟੈਕਸਟ ਹੈ। ਇਹ ਨਾਟਕ ਦੀ ਰਚਨਾ ਕਰਨ ਵਾਲੇ ਮਿਸਤਰੀਆਂ ਲਈ ਲਿਖੀ ਗਈ, ਕਰਾਫਟਸਮੈਨ ਲਈ ਲਿਖੀ ਗਈ। ਥਿਊਰੀ ਇਹਦੇ 'ਚ ਬਿਲਕੁਲ ਸੈਕੰਡਰੀ ਹੈ। ਦੂਸਰੇ, ਇਹ ਦਾਰਸ਼ਨਿਕ ਸ਼ਾਸਤਰ ਹੈ। ਕਵਿਤਾ ਦਾ ਸੁਭਾਅ ਕੀ ਹੈ, ਔਰ ਕਵੀ ਵਿਗਿਆਨਿਕ ਦੀ ਤਰ੍ਹਾਂ ਤੇ ਦਾਰਸ਼ਨਿਕ ਦੀ ਤਰ੍ਹਾਂ ਸੱਚ ਤੱਕ ਪਹੁੰਚ ਸਕਦਾ ਹੈ ਕਿ ਨਹੀਂ, ਇਹਦੇ ਉੱਪਰ ਵਿਚਾਰ ਹੈ। ਲਿਟਰੇਰੀ ਥਿਊਰੀ ਇੱਕ ਥੋੜ੍ਹੀ ਦੇਰ ਪਹਿਲਾਂ ਪੈਦਾ ਹੋਇਆ ਫੈਸ਼ਨ ਹੈ। ਮੇਰਾ ਨਹੀਂ ਖਿਆਲ ਕਿ ਜਿਹੜੇ ਕਲਾਸੀਕਲ ਰਾਈਟਰ ਜਿਨ੍ਹਾਂ ਨੂੰ ਅਸੀਂ ਮੰਨਦੇ ਹਾਂ ਜਾਂ ਥਿੰਕਰ ਮੰਨਦੇ ਹਾਂ, ਉਹ ਇਸ ਤਰ੍ਹਾਂ ਦੇ ਗੜਬੜ ਵਾਲੇ ਝਮੇਲਿਆਂ 'ਚ ਪੈਂਦੇ ਸੀ। ਇਹ ਥਿਊਰੀਆਂ ਦੀ ਗੱਲ ਤਾਂ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਦੇ ਬਣਾਇਆ ਹੋਇਆ ਢਕੋਸਲਾ ਹੈ। ਇਹ ਐਵੇਂ ਲੱਗਦਾ ਕਿ ਜਿਸ ਤਰ੍ਹਾਂ ਯੂਨੀਵਰਸਿਟੀਆਂ ਤੋਂ ਬਾਹਰ ਕੋਈ ਕੰਮ ਹੀ ਨਹੀਂ ਕਰਦਾ। ਇੱਕ ਚੈਪਟਰ ਦੇ ਵਿੱਚ ਮੈਂ ਇੱਕ ਐਪੀਗ੍ਰਾਫ ਦਿੱਤਾ ਹੈ ਗੈਬਰੀਅਲ ਗਾਰਸ਼ੀਆ ਮਾਰਕੁਇਜ਼ ਦਾ, ਜਿਹੜਾ ਕਹਿੰਦਾ ਹੈ ਕਿ ਪਲਾਟ ਦੀ ਰਚਨਾ ਓਨੀ ਹੀ ਔਖੀ ਹੈ ਜਿੰਨੀ ਕਿਸੇ ਮੇਜ਼ ਨੂੰ ਬਣਾਉਣਾ ਔਖਾ ਹੈ। ਉਹ ਕਾਰਪੈਂਟਰੀ ਨੂੰ ਮਾਡਲ ਮੰਨ ਕੇ ਤੇ ਲੋਗੋਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ, ਔਰ ਉਹ ਮਾਰਕੁਇਜ਼ ਹੈ ਕੋਈ ਛੋਟਾ ਮੋਟਾ ਆਦਮੀ ਨਹੀਂ। ਸੋ ਕਿਤਾਬ ਮੈਂ ਕਿਉਂ ਲਿਖੀ, ਮੈਂ ਇਹਦੇ ਬਾਰੇ ਗੱਲ ਕਰਾਂ। ਸੋ ਲਿਟਰੇਰੀ ਥਿਊਰੀ ਨੂੰ ਕੰਟਰੀਬਿਊਸ਼ਨ ਬਸ ਮੈਂ ਸਮਝਦਾ ਕਿ ਇੰਨੀ ਕੁ ਹੁਣ ਹੋ ਸਕਦੀ ਹੈ ਕਿ ਲਿਟਰੇਰੀ ਥਿਊਰੀ ਨੂੰ ਇੱਕ ਮੈਟਾ ਥਿਓਰੈਟੀਕਲ ਪਰਸਪੈਕਟਿਵ ਤੋਂ ਸ਼ੀਸ਼ਾ ਦਿਖਾਉਣ ਦਾ ਇਹ ਟੈਕਸਟ ਕੰਮ ਕਰ ਸਕਦੀ ਹੈ। ਉਹ ਇਸ ਤਰ੍ਹਾਂ ਕਿ ਲਿਟਰੇਰੀ ਥਿਊਰੀ ਜਿੱਥੇ ਤੱਕ ਸੋਚਦੀ ਹੈ ਕਿ ਅਸੀਂ ਅੱਗੇ ਪਹੁੰਚ ਗਏ ਹਾਂ, ਅਰਸਤੂ ਯਾਦ ਕਰਾਉਂਦਾ ਪਿਆ ਹੈ ਕਿ ਨਹੀਂ, ਤੁਸੀਂ ਇੰਨੇ ਅੱਗੇ ਪਹੁੰਚੇ ਨਹੀਂ, ਅਜੇ ਉੱਥੇ ਖੜੇ ਹੋਏ ਘੁੰਮਦੇ ਪਏ ਹੋ। ਜ਼ਰਾ ਮੁੜ ਕੇ ਸੋਚ ਲਓ ਕਿ ਜਿਹਨੂੰ ਤੁਸੀਂ ਪ੍ਰੋਗਰੈਸ ਮੰਨਿਆ ਸੀ ਉਹ ਸੱਚਮੁੱਚ ਦੀ ਪ੍ਰੋਗਰੈਸ ਹੈਗੀ ਵੀ ਹੈ ਕਿ ਨਹੀਂ ਹੈ। ਮੈਂ ਬੇਨਤੀ ਕਰੂੰਗਾ ਪ੍ਰੋਫੈਸਰ ਸੁਰਜੀਤ ਨੂੰ ਤੇ ਪ੍ਰੋਫੈਸਰ ਗੁਰਮੁਖ ਸਿੰਘ ਨੂੰ, ਉਹ ਵੀ ਸਟੇਜ ਤੇ ਆ ਜਾਣ। ਇੱਕ ਅਗਲਾ ਸਵਾਲ ਪ੍ਰੋਫੈਸਰ ਲਹਿਰੀ ਤੋਂ ਕਿ ਅਰਸਤੂ ਨੇ ਆਪਣਾ ਜਿਹੜਾ ਆਰਗੂਮੈਂਟ ਪੋਲਿਟਿਕਸ ਦੇ ਵਿੱਚ ਖਾਸ ਕਰ ਜਿਹੜਾ ਬਿਲਡ ਕੀਤਾ, ਉਹਦੀ ਕੀ ਹਿਸਟੋਰੀਕਲ ਡਿਵੈਲਪਮੈਂਟ ਕਿਵੇਂ ਹੋਇਆ? ਜਿਵੇਂ ਅਕਸਰ ਕਹਿ ਦਿੰਦੇ ਨੇ ਕਿ ਜੋ ਪਲੇਟੋ ਨੇ ਲਿਖਿਆ ਉਸਨੇ ਅੱਗੇ ਵੀ ਲੈ ਕੇ ਗਿਆ ਤੇ ਉਸਦਾ ਜਿਹੜਾ ਪਲੇਟੋ ਦਾ ਵਿਰੋਧ ਵੀ ਕੀਤਾ। ਪਲੇਟੋ ਦਾ ਉਹ ਸਟੂਡੈਂਟ ਸੀ, ਪਲੇਟੋ ਨੂੰ ਪਿਆਰ ਵੀ ਬਹੁਤ ਕਰਦਾ ਸੀ। ਤਾਂ ਅਰਿਸਟੋਟਲ ਤੱਕ ਜਿਹੜਾ ਇੱਕ ਵਿਚਾਰ ਆਇਆ, ਉਸ ਤੋਂ ਪਹਿਲਾਂ ਉਹਦੀ ਕਿਵੇਂ ਇੱਕ ਹਿਸਟੋਰੀਕਲ ਉਹਦੀ ਕਿਸ ਤਰ੍ਹਾਂ ਬਣਤਰ, ਜਾਂ ਉਸ ਤੋਂ ਪਹਿਲਾਂ ਕਿਸ ਤਰ੍ਹਾਂ ਦਾ ਆਰਗੂਮੈਂਟ ਚੱਲ ਰਿਹਾ? ਇਹ ਇੱਕ ਡਿਬੇਟ ਤਾਂ ਇਹ ਹੈ ਮਾਇਮੈਸਿਸ ਬਾਰੇ ਕਿ ਸਾਹਿਤ ਦੀ ਰਚਨਾ ਦੇ ਕੀ ਆਧਾਰ ਨੇ, ਤੇ ਜਿਹੜੀ ਪੋਜੀਸ਼ਨ ਪਲੇਟੋ ਨੇ ਲਈ ਹੋਈ ਸੀ ਕਿ ਸਾਹਿਤ ਸੱਚ ਤੱਕ ਰਸਾਈ ਨਹੀਂ ਕਰਦਾ, ਉਸ ਚੀਜ਼ ਨੂੰ ਅਰਿਸਟੋਟਲ ਜਿਹੜਾ ਬਦਲ ਦਿੰਦਾ। ਉਹ ਕਹਿੰਦਾ ਕਿ ਵੀ ਐਵੇਂ ਨਹੀਂ ਹੈਗਾ, ਤੇ ਉਹ ਆਪਣੇ ਆਰਗੂਮੈਂਟ ਬਿਲਡ ਕਰਦਾ ਹੈਗਾ ਇਸ ਗੱਲ ਲਈ ਕਿ ਜਿਹੜਾ ਸਾਹਿਤ ਦਾ ਸੱਚ ਹੈ ਇਹ ਵੀ ਸੱਚ ਹੈ, ਤੇ ਇਹ ਹਿਸਟੋਰੀਕਲ ਸੱਚ ਨਾਲੋਂ ਵੀ ਜ਼ਿਆਦਾ
ਵੱਡਾ ਸੱਚ ਹੈ ਤੇ ਉਹ ਫਿਰ ਜਿਹੜੀ ਉਹਦੀ ਪੋਜੀਸ਼ਨ ਸੀਗੀ ਉਸ ਨੂੰ ਚੇਂਜ ਕਰ ਦਿੰਦਾ ਕਿ ਹਿਸਟਰੀ ਵਿੱਚ ਹੁੰਦਾ ਹੈ ਕਿ ਕੀ ਹੋਇਆ, ਸਾਹਿਤ ਵਿੱਚ ਹੁੰਦਾ ਹੈ ਕਿ ਕੀ ਹੋ ਸਕਦਾ ਹੈ, ਕੀ ਵਾਪਰ ਸਕਦਾ ਹੈ, ਕੀ ਹੋਣਾ ਚਾਹੀਦਾ ਹੈ। ਇਹ ਚੀਜ਼ਾਂ ਵੀ ਉਹਦੇ ਵਿੱਚ ਇਨਕਲੂਡ ਹੋ ਜਾਂਦੀਆਂ ਨੇ। ਇਸ ਕਰਕੇ ਅਰਸਤੂ ਨੇ ਸਾਹਿਤ ਦੀ ਵਡਿਆਈ ਕੀਤੀ ਜਦੋਂ ਕਿ ਪਲੈਟੋ ਉਸ ਨੂੰ ਘਟਾ ਕੇ ਵੇਖਦਾ ਸੀ। ਪ੍ਰੋਫੈਸਰ ਰਾਜੇਸ਼ ਤੋਂ ਮੇਰਾ ਸਵਾਲ ਹੈ ਕਿ ਉਹਨਾਂ ਦੀ ਕਿਤਾਬ ਦਾ ਟਾਈਟਲ ਹੈ ਜਿਹੜਾ ਰੀਰੀਡਿੰਗ ਅਰਿਸਟੋਟਲਸ ਪੋਇਟਿਕਸ। ਸਰ ਇਹ ਰੀਰੀਡਿੰਗ ਕੀ ਚੀਜ਼ ਹੈ, ਮਤਲਬ ਰੀਰੀਡਿੰਗ ਐਜ਼ ਅ ਸੰਕਲਪ ਵੀ ਕੀ ਹੈ ਤੇ ਰੀਰੀਡਿੰਗ ਆਫ ਅਰਿਸਟੋਟਲ ਇਸ ਦਾ ਕੀ ਤੁਸੀਂ ਮੀਨਿੰਗ ਲੈਣਾ ਚਾਹੁੰਦੇ ਹੋ? ਸੁਸ਼ੀਲ ਜੀ, ਮੈਂ ਹੁਣ ਜਰਾ ਗੱਲ ਖੁੱਲ ਕੇ ਕਰਾਂਗਾ ਕਿਉਂਕਿ ਸੀਮਿਤ ਸਵਾਲਾਂ ਦੇ ਸੀਮਿਤ ਜਵਾਬਾਂ ਨਾਲ ਆਪਣਾ ਕੰਮ ਸਰਨਾ ਨਹੀਂ। ਸੋ ਐਕਸਕਿਊਜ਼ ਮੀ ਜੇ ਹੁਣ ਮੈਂ ਇੱਕ ਵਾਰੀ ਜੋ ਕਹਿਣਾ ਬਣਦਾ ਹੈ ਕਿ ਇਸ ਤਰ੍ਹਾਂ ਦੀ ਆਡੀਅנס ਦੇ ਲਈ ਉਹ ਕਹਿ ਹੀ ਲਵਾਂ। ਠੀਕ ਹੈ, ਇਹ ਕਿਤਾਬ ਮੈਂ ਇਹ ਸਮਝੋ ਕਿ ਕਲਾਸਰੂਮ 'ਚ ਪੈਦਾ ਹੁੰਦੀ। ਕਈ ਸਾਲ ਮੈਂ ਪੋਇਟਿਕਸ ਪੜ੍ਹਾਉਂਦਾ ਰਿਹਾ ਤੇ ਹਰ ਵਾਰੀ ਪੜ੍ਹਾਉਂਦੇ ਹੋਏ ਮਹਿਸੂਸ ਕਰਨਾ ਹੈ ਕਿ ਬਹੁਤ ਸਾਰੀਆਂ ਇਨਸਾਈਟਸ ਤੁਹਾਨੂੰ ਉਦੋਂ ਆਉਂਦੀਆਂ ਜਦੋਂ ਤੁਸੀਂ ਵਿਦਿਆਰਥੀਆਂ ਦੀਆਂ ਅੱਖਾਂ ਚੱਖਾਂ ਪਾ ਕੇ ਪੜ੍ਹਾ ਰਹੇ ਹੁੰਦੇ, ਔਰ ਜੇ 2-3 ਦਿਨ ਨਿਕਲ ਜਾਣ ਤਾਂ ਉਹ ਗੁੰਮ ਹੋ ਜਾਂਦੀਆਂ। ਕਈ ਵਾਰੀ ਸੋਚਿਆ ਕਿ ਲਿਖਣਾ ਚਾਹੀਦਾ, ਫਿਰ ਸੋਚਿਆ ਲਿਖਣਾ ਚਾਹੀਦਾ। ਫਿਰ ਕੋਈ 10 ਸਾਲ ਪਹਿਲਾਂ ਮੈਂ ਇੱਕ ਵਾਰੀ ਬੈਠ ਕੇ 7-8 ਦਿਨਾਂ ਦੇ ਵਿੱਚ ਤਕਰੀਬਨ 100 ਸਫ਼ੇ ਲਿਖ ਦਿੱਤੇ, ਬਿਨਾਂ ਰਿਵਾਈਜ਼ ਕੀਤੇ। ਜਿਸ ਤਰ੍ਹਾਂ ਲੈਕਚਰ ਦਿੱਤਾ ਜਾਂਦਾ ਹੈ ਉੱਦਾਂ ਹੀ ਲਿਖ ਦਿੱਤੇ, ਲਿਖ ਕੇ ਕਾਪੀ ਬੰਦ ਕਰਕੇ ਦਰਾਜ਼ 'ਚ ਰੱਖ ਦਿੱਤੀ। 2-3 ਸਾਲ ਬਾਅਦ ਫਿਰ ਚੁੱਕੀ ਜਿੱਥੇ ਰਹਿ ਗਈ ਸੀ, ਫਿਰ ਲੱਗਿਆ ਕਿ ਨਹੀਂ ਮੁੜ ਕੇ ਲਿਖਣੀ ਪੈਣੀ ਹੈ, ਫਿਰ ਮੁੜ ਕੇ ਲਿਖਣੀ ਸ਼ੁਰੂ ਕਰ ਦਿੱਤੀ। ਤੇ 2 ਸਾਲ ਪਹਿਲੇ ਅੱਜ ਤੋਂ ਫਿਰ ਇੱਕ ਵਾਰੀ ਫੈਸਲਾ ਹੀ ਕਰ ਲਿਆ ਕਿ ਹੁਣ ਇਹ ਕੰਮ ਹੀ ਕਰ ਲੈਣਾ। ਸਮੱਸਿਆ ਇਹ ਸੀ ਕਿ ਪਾਠਕ ਦੇ ਤੌਰ ਤੇ, ਵਿਦਿਆਰਥੀ ਦੇ ਤੌਰ ਤੇ, ਜਦੋਂ ਮੈਂ ਅਰਸਤੂ ਪੜ੍ਹਿਆ ਪੰਜਾਬ ਯੂਨੀਵਰਸਿਟੀ 'ਚ ਮੈਂ ਪੜ੍ਹਦਾ ਸੀ, ਤਾਂ ਮੈਨੂੰ ਯਾਦ ਹੈ ਕਿ ਜਿੰਨੀਆਂ ਮੈਨੂੰ ਕਿਤਾਬਾਂ ਪੋਇਟਿਕਸ 'ਤੇ ਮਿਲੀਆਂ ਸਾਰੀਆਂ ਪੜ੍ਹ ਲਈਆਂ, ਲੇਕਿਨ ਕਿਸੇ ਵੀ ਕਿਤਾਬ ਦੇ ਨੇ ਮੈਨੂੰ ਇਸ ਜੋਗਾ ਨਹੀਂ ਕੀਤਾ ਕਿ ਮੈਂ ਫਾਈਨਲ ਪੇਪਰ 'ਚ ਇਹਦੇ 'ਤੇ ਕੁਐਸਚਨ ਅਟੈਂਪਟ ਕਰ ਸਕਾਂ। 30-32 ਕਿਤਾਬਾਂ ਸੀ ਉਸ ਵੇਲੇ ਲਾਇਬ੍ਰੇਰੀ 'ਚ, ਸਾਰੀਆਂ ਦੇਖ ਲਈਆਂ। ਫਿਰ ਹੁਣ ਇਹ ਸਮਝ ਆਇਆ ਕਿ ਵਿਦਿਆਰਥੀ ਦੇ ਪੁਆਇੰਟ ਆਫ ਵਿਊ ਤੋਂ ਕਿਸੇ ਨੇ ਪੋਇਟਿਕਸ ਦੀ ਵਿਆਖਿਆ ਕਰਨ ਦੀ ਜਾਂ ਉਹਨੂੰ ਪੜ੍ਹਨ ਦੀ ਕੋਸ਼ਿਸ਼ ਅਜੇ ਸ਼ਾਇਦ ਨਹੀਂ ਕੀਤੀ। ਲੇਕਿਨ ਦੂਸਰਾ ਇਹ ਸੀ ਕਿ ਨਵਾਂ ਜਿਹੜਾ ਕੰਮ ਪੋਇਟਿਕਸ 'ਤੇ ਹੋਇਆ ਹੈ ਉਹ ਇਸ ਦਾ ਕੁਝ ਪੱਖਾਂ 'ਤੇ ਹੋਇਆ। ਪਿਛਲੇ 5-6 ਸਾਲਾਂ 'ਚ ਆਕਸਫੋਰਡ ਤੋਂ ਕੰਮ ਹੋਇਆ ਹੈ, ਮਿਮੀਸਿਸ 'ਤੇ ਕੰਮ ਜ਼ਰੂਰ ਹੋਇਆ ਹੈ, ਕਥਾਰਸਿਸ 'ਤੇ ਨਹੀਂ ਹੋਇਆ। ਫਿਰ ਇੱਕ ਕਮੀ ਇਹ ਰਹਿ ਗਈ ਸੀ ਕਿ ਅਰਸਤੂ ਦੀ ਪੋਇਟਿਕਸ ਨੂੰ ਸਮਝਣ ਲਈ ਉਹਦੀਆਂ 6-7 ਹੋਰ ਕਿਤਾਬਾਂ ਪੜ੍ਹਨੀਆਂ ਜ਼ਰੂਰੀ ਹੈ। ਉਹਨਾਂ ਤੋਂ ਬਗੈਰ ਪੋਇਟਿਕਸ ਸਮਝ ਨਹੀਂ ਆਉਂਦੀ। ਕੋਈ ਐਸੀ ਕਿਤਾਬ ਨਹੀਂ ਸੀ ਜਿਹੜੀ ਉਹਨਾਂ ਕਿਤਾਬਾਂ ਦੀ ਰੋਸ਼ਨੀ ਵਿੱਚ ਪੋਇਟਿਕਸ ਨੂੰ ਸਮਝਦੀ ਹੁੰਦੀ। ਫਿਰ ਇਹ ਸੀ ਕਿ ਹਿੰਦੁਸਤਾਨ ਦੀ ਅਲੱਗ-ਅਲੱਗ ਜਿਹੜੀਆਂ ਵਿਚਾਰ ਦੀਆਂ, ਅਨਵੇਸ਼ਕੀ ਦੀਆਂ, ਜਾਂ ਜਿਹਨੂੰ ਦਰਸ਼ਨ ਕਹਿ ਦਿੰਦੇ ਹਾਂ, ਉਹਦੀਆਂ ਪਰੰਪਰਾਵਾਂ, ਕਿ ਕਿਤੇ ਨਾ ਕਿਤੇ ਇਸ ਤਰ੍ਹਾਂ ਵੀ ਹੁੰਦਾ ਕਿ 2 ਤਰ੍ਹਾਂ ਦੇ ਖਿਆਲ, 2 ਵਕਤਾਂ ਦੇ ਖਿਆਲ, 2 ਕੌਂਟੀਨੈਂਟਸ ਦੇ ਖਿਆਲ ਕੋਲੋਂ ਦੀ ਲੰਘ ਜਾਂਦੇ ਹੋਣ ਕੱਸ ਕੇ, ਔਰ ਚਿੰਗਾਰੀ ਪੈਦਾ ਹੁੰਦੀ ਹੋਵੇ। ਮੈਨੂੰ ਲੱਗਿਆ ਕਿ ਪਿਛਲੇ ਕੁਝ ਸਾਲਾਂ ਤੋਂ ਜਦੋਂ ਮੈਂ ਹਿੰਦੁਸਤਾਨ ਦੀਆਂ ਅਲੱਗ-ਅਲੱਗ ਪਰੰਪਰਾਵਾਂ ਨੂੰ ਪੜ੍ਹਦਾ ਸੀ ਕਿ ਅਰਸਤੂ ਨੂੰ ਸਮਝਣ 'ਚੋਂ ਪਰੰਪਰਾਵਾਂ ਵੀ ਕੰਮ ਆਉਂਦੀਆਂ। ਫਿਰ ਇੱਕ ਵਾਰੀ ਖਿਆਲ ਆਇਆ ਸੀ ਕਿ ਬਾਲੀਵੁੱਡ ਦੀਆਂ ਪੋਪੂਲਰ ਫਿਲਮਾਂ ਅਰਸਤੂ 'ਤੇ ਆਧਾਰਿਤ ਹੈ, ਤਾਂ ਕਿਉਂ ਨਾ ਬਾਲੀਵੁੱਡ ਦੀਆਂ ਤੇ ਹਾਲੀਵੁੱਡ ਦੀਆਂ ਫਿਲਮਾਂ ਡਿਜੀਟਲ ਟੈਕਨੋਲੋਜੀ, ਨਿਊਰੋ ਸਾਇੰਸ, ਰੈਨੇਸੈਂਸ ਆਰਟ, ਮਾਡਰਨਿਸਟ ਔਰ ਪੋਸਟ ਮਾਡਰਨਿਸਟ ਆਰਟ, ਇਹਨਾਂ ਨੂੰ ਅਰਸਤੂ ਦੇ ਨਾਲ ਰੱਖ ਕੇ ਪੜ੍ਹਿਆ ਜਾਏ। ਇਸ ਲਈ ਨਹੀਂ ਕਿ ਅਸੀਂ ਧੱਕੇ ਨਾਲ ਉਹਨਾਂ ਨੂੰ ਜਸਟੀਫਾਈ ਕਰਨਾ, ਵੀ ਦੇਖੀਏ ਵੀ ਅਰਸਤੂ 'ਤੇ ਰੋਸ਼ਨੀ ਪਾ ਸਕਦੀ ਹੈ ਤੇ ਅਰਸਤੂ ਉਹਨਾਂ 'ਤੇ ਪਾਉਂਦਾ ਹੈ ਕਿ ਨਹੀਂ। ਸੋ ਇੱਕ ਤਾਂ ਮੈਂ ਇਹਨੂੰ ਸਾਹਿਤ ਤੋਂ ਬਾਹਰ ਕੱਢਿਆ, ਨਾਟਕ ਤੋਂ ਵੀ ਬਾਹਰ ਕੱਢਿਆ, ਪਰ ਉਹਨਾਂ ਦੇ ਨਾਲ ਜੋੜਦੇ ਹੋਏ ਬਾਕੀ ਕਲਾਵਾਂ ਦੇ ਨਾਲ ਤੇ ਬਾਕੀ ਡਿਸਪਲਿਨਸ ਦੇ ਨਾਲ ਸੰਬੰਧ ਬਣਾਉਣ ਦੀ ਕੋਸ਼ਿਸ਼ ਕੀਤੀ। ਜਿਵੇਂ ਇੱਕ ਸੰਸਕ੍ਰਿਤ ਦੀ ਟੈਕਸਟ ਵਿੱਚ ਹਵਾਲਾ ਆਉਂਦਾ ਹੈ ਜਿਸ ਨੇ ਮੈਨੂੰ ਸਮਝਾਇਆ ਕਿ ਪ੍ਰੋਬੇਬਿਲਿਟੀ ਕੀ ਹੈ। ਪ੍ਰੋਬੇਬਿਲਿਟੀ ਦਾ ਫਾਰਮੂਲਾ ਅਰਸਤੂ ਨੇ ਬੜਾ ਖੂਬਸੂਰਤ ਦਿੱਤਾ ਹੈ, ਪਰ ਉਹਦਾ ਮਾਡਲ ਕਿੱਥੋਂ ਮਿਲਦਾ ਹੈ? ਉਹ ਕਹਿੰਦਾ ਹੈ ਕਿ ਨਾਰੀਅਲ ਦੇ ਦਰਖਤ 'ਤੇ ਕਊਆ ਆ ਕੇ ਬੈਠਦਾ, ਜਿੱਦਾਂ ਹੀ ਉਹਦਾ ਪੰਜਾ ਦਰਖਤ ਨੂੰ ਟੱਚ ਕਰਦਾ, ਇੱਕ ਨਾਰੀਅਲ ਟੁੱਟ ਕੇ ਡਿੱਗਦਾ ਹੈ।
ਪਰ ਇਹ ਤੈਅ ਨਹੀਂ ਕੀਤਾ ਜਾ ਸਕਦਾ ਕਿ ਨਾਰੀਅਲ ਨੇ ਡਿੱਗਣਾ ਹੀ ਸੀ, ਕਊਆ ਬੈਠਦਾ ਨਾ ਬੈਠਦਾ, ਕਿ ਕਊਏ ਤੇ ਬਹਿਣ ਕਰਕੇ ਟੁੱਟ ਕੇ ਡਿੱਗਿਆ। ਇਹ ਪ੍ਰੋਬੇਬਿਲਿਟੀ ਹੈ। ਜਦੋਂ ਤੁਸੀਂ ਤੈਅ ਨਹੀਂ ਕਰ ਸਕਦੇ ਭਈ ਇਹ ਇਸੇ ਕਰਕੇ ਹੋਇਆ, ਹੋ ਸਕਦਾ ਇਸ ਕਰਕੇ ਹੋਇਆ ਹੋਵੇ, ਲੇਕਿਨ ਤੈਅ ਨਹੀਂ ਕੀਤਾ ਜਾ ਸਕਦਾ। ਸੋ ਇਸ ਗੱਲ ਨੂੰ ਸਮਝਣ ਲਈ ਮੈਨੂੰ ਇਹ ਹਿੰਦੁਸਤਾਨ ਦੀ ਪਰੰਪਰਾ ਨੇ ਮਦਦ ਕੀਤੀ। ਇਸੇ ਤਰ੍ਹਾਂ ਜਦੋਂ ਮੈਂ ਲੌਜਿਕ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਤਾਂ ਲੋਗੋਸ ਦੇ ਕਿੰਨੇ ਅਰਥ ਹੈ। ਲੋਗੋਸ ਸਿਰਫ ਸ਼ਬਦ ਹੀ ਨਹੀਂ ਹੈ, ਬਲਕਿ ਫਾਰਮ ਵੀ ਹੈ, ਆਰਗੂਮੈਂਟੇਸ਼ਨ ਵੀ ਹੈ, ਔਰ ਆਰਗੂਮੈਂਟ ਦਾ ਸਟਰਕਚਰ ਵੀ ਹੈ। ਫਿਰ ਜਦੋਂ ਅਸੀਂ ਇਹ ਪੜ੍ਹਦੇ ਹੁੰਦੇ ਸੀ ਔਰ ਪੜ੍ਹਾਉਂਦੇ ਹੁੰਦੇ ਸੀ, ਔਰ ਮੈਨੂੰ ਲੱਗਿਆ ਮੈਂ ਕਈ ਸਾਲ ਅਰਸਤੂ ਨੂੰ ਗਲਤ ਹੀ ਪੜ੍ਹਾਉਂਦਾ ਚਲਾ ਗਿਆ, ਔਰ 80-90% ਤਾਂ ਗਲਤ ਹੀ ਪੜ੍ਹਾਉਂਦਾ ਚਲਾ ਗਿਆ। ਇਹ ਮੇਰਾ ਕਨਫੈਸ਼ਨ ਹੈ ਔਰ ਸੱਚ ਬੋਲਣਾ ਚਾਹੀਦਾ, ਕਿਉਂਕਿ ਅਰਸਤੂ ਨੇ ਇੱਕ ਬੜੀ ਸੋਹਣੀ ਗੱਲ ਕੀਤੀ ਸੀ ਕਿ ਇਤਿਹਾਸ ਤੇ ਕਵਿਤਾ ਦੇ ਵਿੱਚੋਂ ਕਵਿਤਾ ਯੂਨੀਵਰਸਲ ਟਰੂਥ ਵੱਲ ਜ਼ਿਆਦਾ ਟੈਂਡ ਕਰਦੀ ਹੈ, ਉਹਦੀ ਪ੍ਰਵਿਰਤੀ ਹੁੰਦੀ ਹੈ। ਉਹਨੇ ਬਿਲਕੁਲ ਨਹੀਂ ਕਿਹਾ ਭਈ ਇਤਿਹਾਸ ਝੂਠ ਬੋਲਦਾ ਤੇ ਕਵਿਤਾ ਸੱਚ ਬੋਲਦੀ ਹੈ, ਦੋਨੋਂ ਹੀ ਸੱਚ ਬੋਲਦੇ ਹੈ। ਕਵਿਤਾ 'ਚ ਥੋੜਾ ਵੱਧ ਸੱਚ ਬੋਲਣ ਦੀ ਸੰਭਾਵਨਾ ਹੁੰਦੀ ਹੈ, ਕਿਉਂਕਿ ਉਹਦੇ 'ਚ ਯੂਨੀਵਰਸਲ ਟਰੂਥ ਵੱਲ ਨੂੰ ਇੱਕ ਇੰਕਲੀਨੇਸ਼ਨ ਹੁੰਦੀ ਹੈ। ਹੁਣ ਸਵਾਲ ਆਉਂਦਾ ਕਿ ਯੂਨੀਵਰਸਲ ਟਰੂਥ ਆਂਦੀ ਕਿੱਥੋਂ ਹੈ। ਇੱਕ ਚੀਜ਼ ਮੈਂ ਉਦੋਂ ਲੱਭੀ ਕਿ ਜਿਹੜਾ ਅਸੀਂ ਪਲੇਟੋ ਨੂੰ ਕੁੱਟਦੇ ਹੀ ਰਹਿੰਦੇ ਹਾਂ, ਬਾਰ-ਬਾਰ ਕੁੱਟਦੇ ਰਹਿੰਦੇ ਹਾਂ, ਉਹ ਸ਼ਾਇਦ ਗਲਤ ਹੈ। ਡਿਲਿਊਜ਼ ਦਾ ਇੱਕ ਐਸੇ ਮਿਲਿਆ, ਫਿਰ ਮੈਂ ਪਲੇਟੋ ਦਾ ਡਾਇਲੌਗ ਸੋਫਿਸਟ ਪੜ੍ਹਿਆ, ਕਈ ਸਾਲ ਪਹਿਲੇ ਹੀ ਪੜ੍ਹਿਆ ਸੀ, ਉਦੋਂ ਉਹ ਸਮਝ ਨਹੀਂ ਸੀ ਇਸ ਤਰ੍ਹਾਂ ਆਇਆ। ਉਸ ਦੇ ਵਿੱਚ ਉਹ ਕਹਿੰਦਾ ਹੈ ਕਿ ਕਾਪੀ ਦੋ ਤਰ੍ਹਾਂ ਦੀ ਹੁੰਦੀ ਹੈ। ਅਸੀਂ ਰਿਪਬਲਿਕ ਵਾਲੀ ਕਾਪੀ ਤਾਂ ਮੰਨ ਲਈ, ਸੋਫਿਸਟ ਦੇ ਵਿੱਚ ਉਸਨੇ ਹੋਰ ਤਰ੍ਹਾਂ ਦੀ ਕਾਪੀ ਗਈ, ਇੱਕ ਐਕਸਟੈਟਿਕ ਹੁੰਦੀ ਹੈ ਔਰ ਦੂਸਰੀ ਐਕਫਰੈਸਟਿਕ ਹੁੰਦੀ ਹੈ, ਤੇ ਦੂਸਰੀ ਸਿਮੁਲੇਕਰਮ ਹੈ। ਐਕਫਰੈਸਟਿਕ ਕਾਪੀ ਹੈ ਜਿਹੜੀ ਅਸਲ ਵਰਗੀ ਹੁੰਦੀ ਹੈ, ਸਿਮੁਲੇਕਰਮ ਉਹ ਕਾਪੀ ਹੈ ਜਿਹੜੀ ਅਸਲ ਵਰਗੀ ਬਿਲਕੁਲ ਨਹੀਂ ਹੁੰਦੀ, ਪਰ ਹੁੰਦੀ ਕਾਪੀ ਹੈ। ਸੀਜ਼ਾਨ ਨੇ ਕਿਸੇ ਕਲਾਕਾਰ ਦੀ, ਆਪਣੇ ਵਕਤ ਦੇ ਕਲਾਕਾਰ ਦੀ ਪੇਂਟਿੰਗ ਦੀ ਨਕਲ ਬਣਾਈ ਤੇ ਉਸਨੇ ਇਹ ਸਾਬਤ ਕਰ ਦਿੱਤਾ ਕਿ ਪੇਂਟਿੰਗ ਦੀ ਨਕਲ ਵੀ ਓਰੀਜਨਲ ਪੇਂਟਿੰਗ ਵਰਗੀ ਨਹੀਂ ਹੁੰਦੀ, ਕਿਉਂਕਿ ਸੀਜ਼ਾਨ ਦੀ ਪੇਂਟਿੰਗ ਹੈ। ਸੋ ਸਿਮੁਲੇਕਰਮ ਜਦੋਂ ਸਬਜੈਕਟਿਵ ਵਿਜ਼ਨ ਕਿਸੇ ਚੀਜ਼ ਨੂੰ ਉਤਾਰਦਾ ਹੈ, ਉਹਦੇ ਸੱਚ ਨੂੰ ਉਤਾਰਦਾ ਹੈ, ਤਾਂ ਉਹ ਕੋਈ ਮਕੈਨੀਕਲ ਸੱਚ ਨਹੀਂ ਹੁੰਦਾ। ਸੋ ਪਲੇਟੋ ਇੰਨਾ ਸਿੰਪਲ ਨਹੀਂ ਸੀ। ਫਿਰ ਕਥਾਰਸਿਸ ਨੂੰ ਸਮਝਣ ਲਈ ਮੈਨੂੰ ਪੋਲਿਟਿਕਸ ਪੜ੍ਹਨੀ ਪਈ। ਫਿਰ ਇਹ ਗੱਲ ਸਮਝ ਆਈ ਕਿ ਅਸੀਂ ਕਥਾਰਸਿਸ ਦੀ ਗੱਲ ਕਰਦੇ ਹਾਂ ਜਿੱਦਾਂ ਕਿ ਮੇਰਾ ਵੀ ਕਥਾਰਸਿਸ ਹੋਣਾ, ਤੁਹਾਡਾ ਵੀ ਹੋਣਾ, ਪਰ ਪੋਲਿਟਿਕਸ ਪੜ੍ਹ ਕੇ ਸਮਝ ਆਈ ਕਥਾਰਸਿਸ ਸਾਰਿਆਂ ਦਾ ਨਹੀਂ ਹੁੰਦਾ, ਕਿਉਂਕਿ ਸਭ ਨੂੰ ਲੋੜ ਹੀ ਨਹੀਂ ਹੁੰਦੀ। ਕਈਆਂ ਦਾ ਪਹਿਲਾਂ ਹੀ ਸਰਿਆ ਹੁੰਦਾ, ਕਈਆਂ ਨੂੰ ਹੀਲਿੰਗ ਦੀ ਲੋੜ ਹੁੰਦੀ ਹੈ, ਕਈਆਂ ਨੂੰ ਬਿਲਕੁਲ ਨਹੀਂ ਹੁੰਦੀ, ਕਈ ਹੀਲ ਹੋ ਹੀ ਨਹੀਂ ਸਕਦੇ। ਸੋ ਕਥਾਰਸਿਸ ਪਰਸਨਲ ਚੀਜ਼ ਹੈ। ਫਿਰ ਅਸੀਂ ਜਿਸ ਤਰ੍ਹਾਂ ਪੜ੍ਹਦੇ ਰਹੇ ਸੀ, ਕਿਉਂਕਿ ਅਰਸਤੂ ਤੇ ਵਿਆਖਿਆ ਕਰਨ ਵਾਲੇ ਵਿਦਵਾਨ ਪ੍ਰੋਫੈਸਰ ਸੀ, ਉਹਨਾਂ ਨੇ ਵਿਆਖਿਆ ਹੀ ਇੱਦਾਂ ਕੀਤੀ ਸੀ ਕਿ ਜਿਸ ਤਰ੍ਹਾਂ ਪਾਠਕ ਲਈ ਲਿਖੀ ਗਈ ਹੈ, ਅਰਸਤੂ ਨੇ ਲਿਖੀ ਹੈ ਉਹਨਾਂ ਮੁੰਡਿਆਂ ਦੇ ਲਈ ਜਿਹੜੇ ਨਾਟਕ ਲਿਖਣਾ ਚਾਹੁੰਦੇ। ਮੈਂ ਕੁੜੀਆਂ ਨਹੀਂ ਕਹਿ ਰਿਹਾ, ਕਿਉਂਕਿ ਉਹਨੇ ਲਿਖੀ ਮੁੰਡਿਆਂ ਲਈ ਸੀ। ਉਹ ਜ਼ਮਾਨਾ ਹੀ ਐਸਾ ਸੀ, ਉਹਦੀ ਅਕੈਡਮੀ 'ਚ ਮੁੰਡੇ ਜਾਂਦੇ ਹੁੰਦੇ ਸੀ, ਉਹ ਟ੍ਰੇਨਿੰਗ ਦੇਣ ਲਈ ਸੀ। ਤੇ ਇਹ ਨੋਟ ਸੀ ਕਿ ਉਹਨੇ ਸਵੇਰੇ ਸੀਰੀਅਸ ਲੈਕਚਰ ਦੇਣੇ ਅਤੇ ਸ਼ਾਮ ਨੂੰ ਹਲਕੀ ਫੁਲਕੀਆਂ ਗੱਲਾਂ ਕਰਨੀਆਂ। 2 ਵਾਰੀ ਉਹ ਕਲਾਸ ਪੜ੍ਹਾਉਂਦਾ ਹੁੰਦਾ ਸੀ, ਤੁਰਦੇ ਫਿਰਦੇ ਕਲਾਸ ਹੁੰਦੀ ਸੀ, ਤੇ ਉਹਦੇ ਨੋਟ ਸੀ, ਔਰ ਨੋਟਸ ਦੇ ਨੂੰ ਸਾਹਮਣੇ ਰੱਖ ਕੇ ਉਹ ਥੱਥਾ ਜਿਹਾ ਬੋਲਦਾ ਹੁੰਦਾ ਸੀ, ਐਕਸਪਲੇਨ ਕਰਦਾ ਹੁੰਦਾ ਸੀ। ਫਿਰ ਐਕਸਪਲੇਨ ਕੀ ਕਰਦਾ ਸੀ ਉਹ ਅਸੀਂ ਲੱਭਣਾ, ਅਰਸਤੂ ਨੇ ਕਿਤੇ ਨਹੀਂ ਲਿਖਿਆ। ਸੋ ਐਕਸਪਲੇਨੇਸ਼ਨ ਦੇ ਵਿੱਚ ਫਿਰ ਮੈਨੂੰ ਇਹ ਲੱਗਿਆ ਕਿ ਅਸਲ 'ਚ ਅਰਸਤੂ ਦੀ ਰੀਡਿੰਗ ਦੀ ਲੋੜ ਇਸ ਕਰਕੇ ਹੈ ਕਿਉਂਕਿ ਉਹਦੀ ਰੀਡਿੰਗ ਅਜੇ ਤੱਕ ਚੰਗੀ ਤਰ੍ਹਾਂ ਅਸੀਂ ਨਹੀਂ ਕੀਤੀ। ਉਸ ਦੇ ਪਿੱਛੇ ਇੱਕ ਇੰਸਪੀਰੇਸ਼ਨ ਲੋਰਕਾ ਸੀ। ਲੋਰਕਾ ਨੇ ਇੱਕ ਥਾਂ ਤੇ ਕਿਹਾ ਹੈ ਕਿ ਕਲਾਸੀਕਲ ਜਿੰਨਾ ਫੋਕ ਦੇ ਨੇੜੇ ਹੁੰਦਾ ਹੈ, ਪੋਪੂਲਰ ਨਹੀਂ ਹੋ ਸਕਦਾ, ਕੁਝ ਵੀ ਨਹੀਂ ਹੋ ਸਕਦਾ, ਕਿਉਂਕਿ ਕਲਾਸੀਕਲ ਅਸੈਂਸ਼ੀਅਲ ਨਾਲ ਡੀਲ ਕਰਦਾ ਹੈ, ਫੋਕ ਵੀ ਕਰਦਾ ਹੈ। ਫਾਰਮ ਉਹਦੀ ਥੋੜੀ ਯੂਨੀਵਰਸਲ ਹੋ ਜਾਂਦੀ ਹੈ, ਲੇਕਿਨ ਕੰਟੈਂਟ ਸੇਮ ਹੈ। ਹੁਣ ਸਵਾਲ ਆਉਂਦਾ ਹੈ ਕਿ ਪਲੇਟੋ ਦਾ ਜਿਹੜਾ ਯੂਨੀਵਰਸਲ ਫਾਰਮ ਹੈ ਤੇ ਅਰਸਤੂ ਨੇ ਪਲੇਟੋ ਨੂੰ ਛੱਡ ਦਿੱਤਾ ਸੀ। ਮੈਂ ਸ਼ੁਰੂ 'ਚ ਚੈਪਟਰ 'ਚ ਇਹ ਲਿਖਿਆ ਹੈ ਵੀ ਉਹਨਾਂ ਦਾ ਸੰਬੰਧ ਕੈਸਾ ਸੀ, ਆਪਸ ਖੜਕਦੇ ਸੀ, ਕਿਉਂਕਿ ਵਧੀਆ ਟੀਚਰ ਤੇ ਵਧੀਆ ਸਟੂਡੈਂਟ ਸੀ। ਪਲੇਟੋ ਕਹਿੰਦਾ ਹੁੰਦਾ ਸੀ ਮੇਰਾ ਸਭ ਤੋਂ ਪਿਆਰਾ ਸਟੂਡੈਂਟ ਹੈ, ਉਹ ਵੀ ਕਹਿੰਦਾ ਸੀ ਕਿ ਮੇਰਾ ਗੁਰੂ ਬੜਾ ਕਮਾਲ ਦਾ ਹੈ, ਪਰ ਉਹ ਕਹਿੰਦਾ ਸੀ ਮੇਰਾ ਕਹਿਣਾ ਨਹੀਂ ਮੰਨਦਾ, ਪਰ ਚੰਗੀ ਗੱਲ ਹੈ ਕਿ ਨਹੀਂ ਮੰਨਦਾ। ਜਦੋਂ ਇਹ ਮਸਲਾ ਆਉਂਦਾ ਹੈ ਕਿ
ਲਿਖਣਾ ਕਿਹਦੇ ਲਈ ਹੈ ਤਾਂ ਉਹਨੇ ਲਿਖਣਾ ਕਿਵੇਂ ਹੈ ਇੱਥੋਂ ਗੱਲ ਸ਼ੁਰੂ ਕੀਤੀ ਹੈ। ਔਰ ਇਹ ਪੱਖ ਐਸਾ ਸੀ ਜਿਹੜਾ ਮੈਂ ਕਲਾਸ ਪੜ੍ਹਾਉਂਦੇ ਹੋਏ ਇਹਦੇ ਤੇ 1-2 ਲੈਕਚਰ ਦਿੰਦਾ ਹੀ ਦਿੰਦਾ ਸੀ ਕਿ ਨਾਊਨ ਕੀ ਹੁੰਦਾ ਉਹ ਦੱਸਦਾ ਹੈ, ਮੈਟਾਫਰ ਕੀ ਹੁੰਦਾ। ਮੈਟਾਫਰ ਤੁਹਾਨੂੰ ਪਤਾ ਕਿ ਪਲੇਟੋ ਨੂੰ ਜਦੋਂ ਪੁੱਛਿਆ ਗਿਆ ਕਿ ਲਾਈਨ ਕੀ ਹੈ ਤਾਂ ਉਹਨੇ ਕਿਹਾ ਸੀ ਭਈ ਏ ਪੁਆਇੰਟ ਇਨ ਮੋਸ਼ਨ ਇਜ਼ ਅ ਲਾਈਨ। ਇਹ ਪਲੇਟੋ ਹੀ ਕਹਿ ਸਕਦਾ ਸੀ। ਔਰ ਇਸ ਲਈ ਪਲੇਟੋ ਨੇ ਅਰਸਤੂ ਵਰਗਾ ਬੰਦਾ ਪੈਦਾ ਕਰਨਾ ਹੀ ਸੀ। ਅਰਸਤੂ ਦੇ ਵਿੱਚ ਕਥਾਰਸਿਸ ਸਭ ਤੋਂ ਪਹਿਲੇ ਕਵੀ ਦਾ ਹੁੰਦਾ ਹੈ, ਕਿਉਂਕਿ ਉਹਦੇ ਵਿੱਚੋਂ ਲੰਘ ਕੇ ਜਾਂਦਾ ਹੈ। ਉਸ ਤੋਂ ਬਾਅਦ ਐਕਟਰ ਦਾ ਹੁੰਦਾ ਹੈ। ਉਹ ਕਹਿੰਦਾ ਹੈ ਕਿ ਐਕਟਰ ਜਦੋਂ ਤੱਕ ਉਸ ਚਰਿੱਤਰ 'ਚ ਖੁਦ ਉਤਰਦਾ ਨਹੀਂ, ਉਹਦੇ ਦੁੱਖ ਸੁੱਖ ਭੋਗਦਾ ਨਹੀਂ, ਉਦੋਂ ਤੱਕ ਉਹ ਐਕਟ ਨਹੀਂ ਕਰ ਸਕਦਾ। ਉਸ ਤੋਂ ਬਾਅਦ ਪਾਠਕ ਦਾ ਜਾਂ ਦਰਸ਼ਕ ਦਾ ਹੁੰਦਾ। ਸੋ ਦਰਸ਼ਕ ਜਾਂ ਪਾਠਕ ਆਖਰ ਚਾਹੁੰਦੇ, ਪਰ ਸਾਡੀਆਂ ਕਲਾਸਾਂ ਜਿੱਦਾਂ ਬਣਾਤਾ ਗਿਆ ਕਿ ਪਹਿਲੇ ਉਹ ਆਉਂਦੇ, ਪੁੱਠਾ ਕਰ ਦਿੱਤਾ ਗਿਆ। ਫਿਰ ਜਿਹੜੀ ਇਹ ਗੱਲ ਆਉਂਦੀ ਹੈ ਵੀ ਯੂਨੀਵਰਸਲ ਆਂਦਾ ਕਿੱਥੋਂ ਹੈ। ਹੁਣ ਅਰਸਤੂ ਕਹਿੰਦਾ ਸੀ ਵੀ ਕੋਈ ਵੀ ਚੀਜ਼ ਬਿਨਾਂ ਕਾਰਨ ਦੇ ਨਹੀਂ ਹੁੰਦੀ। ਮੈਨੂੰ ਲੱਗਿਆ ਕਿ ਅਸੀਂ ਕਦੀ ਇਸ ਗੱਲ ਨੂੰ ਗੌਰ ਨਾਲ ਪੜ੍ਹਿਆ ਹੀ ਨਹੀਂ ਸੀ। ਸੋ ਅਰਸਤੂ ਇਹ ਕਹਿੰਦਾ ਸੀ ਵੀ ਯੂਨੀਵਰਸਲ ਪਾਰਟਿਕੂਲਰ ਦੇ ਵਿੱਚ ਪਹਿਲੇ ਹੀ ਹੁੰਦਾ ਹੋਏਗਾ ਤਾਂ ਹੀ ਯੂਨੀਵਰਸਲ ਲੱਭਦਾ ਹੈ। ਇਸ ਗੱਲ ਤੇ ਉਹ ਪਲੇਟੋ ਤੋਂ ਬਿਲਕੁਲ ਅਲੱਗ ਹੋ ਗਿਆ ਸੀ। ਪਲੇਟੋ ਮੰਨਦਾ ਸੀ ਕਿ ਯੂਨੀਵਰਸਲ ਦਾ ਇੱਕ ਆਪਣਾ ਧਰਾਤਲ ਹੈ, ਇੱਕ ਹੈਵਨਲੀ ਕਿੰਗਡਮ ਹੈ ਜਿਹਦੇ 'ਚ ਯੂਨੀਵਰਸਲਸ ਹੁੰਦੇ ਹੈ। ਜਦ ਕਿ ਅਰਸਤੂ ਦੇ ਨਾਲ ਯੂਨਾਨ ਦੇ ਵਿੱਚ ਵਿਗਿਆਨਿਕ ਸੋਚ ਸ਼ੁਰੂ ਹੁੰਦੀ ਹੈ ਜਦੋਂ ਕਹਿੰਦਾ ਹੈ ਕਿ ਕੋਈ ਵੀ ਚੀਜ਼ ਕੰਟੈਂਟ ਤੇ ਫਾਰਮ ਦਾ ਕੰਪੋਜ਼ਿਟ ਹੈ, ਸੈਪਰੇਟ ਨਹੀਂ ਹੋ ਸਕਦੀ। ਫਾਰਮ ਤੇ ਕੰਟੈਂਟ ਇਨਸੈਪਰੇਬਲ ਹੈ। ਇਸ ਲਈ ਜਦੋਂ ਅਸੀਂ ਕਵਿਤਾ ਜਾਂ ਟ੍ਰੈਜਡੀ ਖਾਸ ਤੌਰ ਤੇ ਉਹਦੇ ਰਾਹੀਂ ਸੱਚ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਪਹੁੰਚ ਜਾਂਦੇ ਹਾਂ। ਕਿਵੇਂ ਪਹੁੰਚਦੇ ਹਾਂ? ਕਿਉਂਕਿ ਅਸੀਂ ਆਪਣੇ ਆਪ ਨੂੰ ਟ੍ਰਾਂਸੈਂਡ ਕਰਦੇ। ਕਿਉਂ ਕਰਦੇ? ਕਿਉਂਕਿ ਸਾਡੇ ਵਿੱਚ ਉਹ ਹੁੰਦਾ ਹੈ ਜੋ ਅਸੀਂ ਨਹੀਂ ਹਾਂ। ਕੀ ਹੁੰਦਾ ਹੈ? ਸਾਡੇ 'ਚ ਰੱਬ ਹੁੰਦਾ। ਮੈਨੂੰ ਪਹਿਲੇ ਲੱਗਿਆ ਵੀ ਅਰਸਤੂ ਰੱਬ ਦੀ ਗੱਲ ਕਿਵੇਂ ਕਰੇਗਾ, ਪਰ ਉਹ ਬਿਲਕੁਲ ਕਰਦਾ ਹੈ। ਔਰ ਉਸ ਲਫ਼ਜ਼ ਦੀ ਟ੍ਰਾਂਸਲੇਸ਼ਨ ਵੀ ਗੋਡ ਦੇ ਤੌਰ ਤੇ ਕੀਤੀ ਜਾਂਦੀ। ਪਰ ਸੋਹਣੀ ਗੱਲ ਕੀ ਸੀ, ਉਹ ਕਹਿੰਦਾ ਵੀ ਸਾਨੂੰ ਆਪਣੇ ਅੰਦਰ ਨੂੰ ਮੁੜ ਕੇ ਸੱਚ ਨਹੀਂ ਲੱਭਦਾ, ਸਾਨੂੰ ਦੁਨੀਆ ਵੱਲ ਨੂੰ ਮੂੰਹ ਕਰਕੇ ਸੱਚ ਲੱਭਦਾ ਹੈ। ਜਿਸ ਦੇ ਲਈ ਉਹਨੇ ਇਹ ਕਿਹਾ ਕਿ ਦੁਨੀਆ ਬੰਦੇ ਦੇ ਲਈ ਬਣੀ ਹੋਈ ਹੈ ਤਾਂ ਕਿ ਬੰਦਾ ਆਪਣੇ ਆਪ ਨੂੰ ਸਮਝ ਸਕੇ, ਜਾਣ ਸਕੇ। ਸੋ ਜਦੋਂ ਅਸੀਂ ਫਿਲਾਸਫੀ ਕਰਦੇ ਹਾਂ ਤਾਂ ਕਹਿੰਦਾ ਕਿ ਅਸੀਂ ਫਸਟ ਪ੍ਰਿੰਸੀਪਲਸ ਨਾਲ ਸਾਹਮਣਾ ਕਰਦੇ ਹਾਂ। ਕਵਿਤਾ ਵੀ ਫਸਟ ਪ੍ਰਿੰਸੀਪਲਸ ਦਿੰਦੀ ਹੈ। ਫਸਟ ਪ੍ਰਿੰਸੀਪਲਸ ਦੇ ਵਿੱਚੋਂ ਫਸਟ ਪ੍ਰਿੰਸੀਪਲ ਰੱਬ ਆਪ ਹੈ। ਹੁਣ ਰੱਬ ਨੂੰ ਕੌਣ ਸਮਝੇਗਾ? ਜਿਹੜਾ ਆਪ ਹੀ ਫਸਟ ਹੈ। ਕਹਿੰਦਾ ਉਹ ਆਪ ਹੀ ਸਮਝੇਗਾ। ਕੀ ਅਸੀਂ ਸਮਝ ਸਕਦੇ? ਕਹਿੰਦਾ ਬਿਲਕੁਲ ਸਮਝ ਸਕਦੇ ਹੋ। ਜਦੋਂ ਸਮਝ ਲੈਂਦੇ ਹੋ ਤਾਂ ਤੁਸੀਂ ਰੱਬ ਹੋ ਜਾਂਦੇ ਹੋ। ਕਿੰਨੀ ਖੂਬਸੂਰਤ ਗੱਲ ਹੈ। ਜਿਸ ਦਾ ਮਤਲਬ ਹੈ ਕਿ ਗਿਆਨ ਦੇ ਸੀਕਰ ਨੂੰ ਉਸਨੇ ਸਭ ਤੋਂ ਵੱਡਾ ਦਰਜਾ ਦਿੱਤਾ। ਔਰ ਜਦੋਂ ਅਸੀਂ ਇਸ ਤਰ੍ਹਾਂ ਫਸਟ ਪ੍ਰਿੰਸੀਪਲ ਦੀ ਤਲਾਸ਼ ਨਿਕਲਦੇ ਹਾਂ, ਉਹ ਵਿਗਿਆਨ ਵੀ ਹੋ ਸਕਦਾ ਹੈ, ਉਹ ਦਰਸ਼ਨ ਵੀ ਹੋ ਸਕਦਾ ਹੈ, ਉਹ ਕਲਾ ਵੀ ਹੋ ਸਕਦੀ ਹੈ, ਔਰ ਕਲਾ ਵਿੱਚੋਂ ਕਵਿਤਾ ਵੀ ਹੈ। ਔਰ ਇਸੇ ਲਈ ਉਹ ਕਹਿੰਦਾ ਹੈ ਕਿ ਪੋਇਟਰੀ ਇਜ਼ ਦੀ ਆਰਟ ਆਫ ਇਮੀਟੇਸ਼ਨ। ਗੜਬੜ ਕੀ ਹੁੰਦੀ ਹੈ ਕਿ ਜਦੋਂ ਅਸੀਂ ਜਲਦੀ 'ਚ ਪੜ੍ਹਦੇ ਹਾਂ ਪੇਪਰ ਦੇਣ ਲਈ ਜਾਂ ਕਲਾਸ ਪੜ੍ਹਾਉਣ ਲਈ, ਅਸੀਂ ਦੇਖਦੇ ਹਾਂ ਪੋਇਟਰੀ ਇਮੀਟੇਸ਼ਨ, ਆਰਟ ਆਫ ਨੂੰ ਛੱਡ ਦਿੰਦੇ। ਉਹਨੇ ਬਿਲਕੁਲ ਨਹੀਂ ਕਿਹਾ ਕਿ ਕਵਿਤਾ ਨਕਲ ਹੈ। ਉਹ ਕਹਿੰਦਾ ਕਵਿਤਾ ਨਕਲ ਦੀ ਕਲਾ ਹੈ। ਸਭ ਤੋਂ ਵੱਡਾ ਕੰਮ ਤਾਂ ਕਲਾ ਹੈ। ਔਰ ਕਲਾ ਕਿਵੇਂ ਆਉਂਦੀ ਹੈ? ਉਹ ਕਹਿੰਦਾ ਜਿਸ ਤਰ੍ਹਾਂ ਮਿਸਤਰੀ ਕੰਮ ਕਰਦਾ ਹੈ, ਜਿਸ ਤਰ੍ਹਾਂ ਤਰਖਾਣ ਲੱਕੜੀ ਨੂੰ ਹੱਥ ਲਾ ਕੇ ਦੇਖਦਾ ਹੈ। ਕਿਹਨਾਂ ਲਫ਼ਜ਼ਾਂ ਚੋਂ ਕਿਹੜੀ ਕਵਿਤਾ ਨਿਕਲਣੀ ਹੈ ਤੁਸੀਂ ਕੱਢਣੀ ਹੈ, ਬਣਾਣੀ ਨਹੀਂ। ਸੋ ਇਸੇ ਲਈ ਉਹਦਾ ਪੋਇਟ ਜਿਹੜਾ ਹੈ ਉਹ ਮੇਕਰ ਹੈ। ਇਸ ਕਿਤਾਬ 'ਚ ਇੱਕ ਮੈਂ ਕੰਮ ਕੀਤਾ ਸੀਗਾ ਕਿ ਮਿਸਿਸ ਦੇ ਉੱਪਰ 8 ਚੈਪਟਰ ਲਿਖੇ। ਔਰ ਆਪਣੇ ਕੀ ਨਾਮ ਹੈ ਇਸਦਾ, ਰਿਚਰਡ ਡਾਕਿੰਸ। ਤੇ ਉਸ ਤੋਂ ਬਾਅਦ ਜਿਹੜੇ ਕਲਚਰਲ ਮੇਮਸ ਆ, ਜਿਹੜੇ ਟ੍ਰੋਲਿੰਗ ਕਰਦੇ ਆ, ਤੁਹਾਨੂੰ ਪਤਾ ਜਿਹੜੇ ਟ੍ਰੋਲਿੰਗ ਕਰਦੇ ਆ, ਕਿਸ ਤਰ੍ਹਾਂ ਇੱਕ ਮੈਸੇਜ ਚੱਲਦਾ ਟਵਿੱਟਰ ਤੇ, ਫਿਰ ਉਹ ਰੈਪਲੀਕੇਟ ਕਰਦਾ ਹੈ। ਉੱਥੇ ਤੱਕ ਸਾਰਾ ਮਿਮੈਟਿਕ ਇੰਪਲਸ ਕਿਵੇਂ ਹੁੰਦੀ ਹੈ। ਤੇ ਮਿਸਿਸ ਦੇ ਰੂਟ ਦੇ ਵਿੱਚ ਉਹ ਕਹਿੰਦਾ ਕਿ ਇਨਸਾਨ ਦਾ ਸੁਭਾਅ ਹੈ। ਇਹ ਵੀ ਬੜੀ ਸੋਹਣੀ ਗੱਲ ਸੀ ਜਿਹੜੀ ਮੈਂ ਕਦੀ ਗੌਰ ਨਹੀਂ ਸੀ ਕੀਤੀ, ਸਿਵਾਏ ਉਦੋਂ ਜਦੋਂ ਕਲਾਸਾਂ 'ਚ ਪੜ੍ਹਾਉਣ ਲੱਗਾ, ਜਦੋਂ ਉਹ ਕਹਿੰਦਾ ਕਿ ਹਰ ਇੱਕ ਮਨੁੱਖ ਜਾਣਨਾ ਚਾਹੁੰਦਾ ਹੈ। ਅਸੀਂ ਇਹ ਤਾਂ ਪੜ੍ਹ ਲਿਆ ਪੋਲੀਟੀਕਲ ਸਾਇੰਸ ਦੇ ਵਿੱਚ ਕਿ ਬੰਦਾ ਸੋਸ਼ਲ ਐਨੀਮਲ ਹੈ, ਪਰ ਇਹ ਨਹੀਂ ਸਾਨੂੰ ਕਿਸੇ ਨੇ ਜ਼ੋਰ ਦੇ ਕੇ ਕਿਹਾ ਕਿ ਬੰਦਾ ਉਹ ਪਸ਼ੂ ਹੈ ਜਿਹੜਾ ਜਾਣਨਾ ਚਾਹੁੰਦਾ ਹੈ। ਤੰਤਰ ਵਿੱਚ ਕਿਹਾ ਜਾਂਦਾ ਹੈ ਬੰਦਾ ਉਹ ਪਸ਼ੂ ਹੈ ਜਿਹੜਾ ਪਸ਼ੂ ਤੋਂ ਪਸ਼ੂਪਤੀ ਬਣਨਾ ਚਾਹੁੰਦਾ ਹੈ, ਔਰ ਬਣ ਸਕਦਾ ਹੈ ਕਿਉਂਕਿ ਹੈਗਾ ਤਾਂ ਉਹੀ ਹੈ। ਸੋ ਆਪਣੇ ਸੁਭਾਅ ਨੂੰ ਲੱਭਦਾ ਹੈ। ਇਹ ਉਸਨੇ ਬਹੁਤ ਖੂਬਸੂਰਤ ਗੱਲ ਕੀਤੀ ਸੀ ਕਿ ਕਵਿਤਾ ਜਾਂ ਕਲਾ ਸੱਚ ਤੱਕ ਪਹੁੰਚਣ ਦਾ
उस बराबर जरिया है जो विज्ञान है और जो दर्शन है। लेकिन वैज्ञानिक या दार्शनिक ਦੇ ਬਰਾਬਰ ਦਾ ਕਵੀ ਹੋਣਾ ਜਾਂ ਕਲਾਕਾਰ ਹੋਣਾ ਹਰ ਇੱਕ ਦੇ ਵਾਸ ਦੀ ਗੱਲ ਨਹੀਂ। ਇਸੇ ਲਈ ਉਹ ਡਿਸਪਲਿਨ ਦੀ ਗੱਲ ਕਰਦਾ ਹੈ, ਭਾਸ਼ਾ ਦੀ ਗੱਲ ਕਰਦਾ ਹੈ। ਔਰ ਇਹ ਉਹ ਚੀਜ਼ ਹੈ ਜਿਸ ਨੂੰ ਆਮ ਤੌਰ ਤੇ ਨਜ਼ਰਅੰਦਾਜ਼ ਕੀਤਾ ਜਾਂਦਾ ਹੈ। ਅਰਸਤੂ ਨੇ ਲਿਖਣਾ ਕਿੱਦਾਂ ਹੈ, ਇਹਦੇ ਵਿੱਚ ਇੱਕ ਛੋਟਾ ਜਿਹਾ ਚੈਪਟਰ ਲਿਖਿਆ, ਉਸ ਦੇ ਵਿੱਚ ਤੁਸੀਂ ਦੇਖੋ ਨਾਊਨ ਦੇ ਬਾਰੇ ਕੀ ਕਹਿੰਦਾ, ਐਡਜੈਕਟਿਵ ਬਾਰੇ ਕੀ ਕਹਿੰਦਾ, ਮੈਟਾਫਰ ਬਾਰੇ ਇੰਨੀ ਸੋਹਣੀ ਡੈਫੀਨੇਸ਼ਨ ਹੈ। ਕਿਸੇ ਚੀਜ਼ ਨੂੰ ਕਿਸੇ ਹੋਰ ਚੀਜ਼ ਦੇ ਰਾਹੀਂ ਬਿਆਨ ਕਰਨਾ ਹੀ ਮੈਟਾਫਰ ਹੈ। ਇਸ ਤੋਂ ਸੌਖੀ ਡੈਫੀਨੇਸ਼ਨ ਤੇ ਇਸ ਤੋਂ ਔਖੀ ਡੈਫੀਨੇਸ਼ਨ ਕਿਹੜੀ ਹੋ ਸਕਦੀ? ਸੋ ਅਰਸਤੂ ਨੂੰ ਪੜ੍ਹਨ ਦੀ ਲੋੜ ਮੈਨੂੰ ਲੱਗਦਾ ਇਸ ਕਰਕੇ ਪੈਂਦੀ ਹੈ, ਇੱਕ ਤਾਂ ਅਸੀਂ ਉਹਨੂੰ ਆਪਣੇ ਸਮਾਜ ਨਾਲ ਜੋੜਨਾ ਹੈ, ਦੂਸਰਾ ਜੇ ਅਸੀਂ ਬੰਦੇ ਦੇ ਵਿੱਚ ਉਤਰ ਕੇ ਕਲਾਕਾਰ ਨੂੰ ਤੇ ਕਲਾ ਨੂੰ ਤੇ ਕਵੀ ਨੂੰ ਤੇ ਐਕਟਰ ਨੂੰ ਸਮਝਣਾ ਹੈ ਤਾਂ ਉਹ ਸਮਿਆਂ ਤੋਂ ਬਾਹਰ ਤਾਂ ਹੋ ਨਹੀਂ ਸਕਦਾ। ਸੋ ਇਹ ਇੱਕ ਜਿਹੜੀ ਗੱਲ ਥਿਊਰੀ 'ਚ ਬਣ ਗਈ ਹੈ ਨਾ ਕਿ ਥਿਊਰੀ ਹਿਸਟੋਰੀਕਲ ਹੈ ਤੇ ਜਿਹੜੀ ਉਹ ਕਲਾਸੀਕਲ ਸਟੱਡੀ ਸੀ ਉਹ ਟਾਈਮਲੈਸ ਸੀ, ਗਲਤ ਗੱਲ ਹੈ। ਅਰਸਤੂ ਬਿਲਕੁਲ ਹਿਸਟਰੀ ਨੂੰ ਸਾਹਮਣੇ ਰੱਖ ਕੇ ਗੱਲ ਕਰਦਾ ਪਿਆ। ਇਸੇ ਕਰਕੇ ਅਰਿਸਟੋਟਲ ਨੂੰ ਤੇ ਪਲੇਟੋ ਨੂੰ ਤੇ ਸੋਕਰੇਟਿਸ ਨੂੰ ਮੰਨਣ ਵਾਲੇ ਹੈਗਲ ਹੋਣ ਜਾਂ ਮਾਰਕਸ ਹੋਣ ਹੈਗੇ, ਉਹਨਾਂ ਤੋਂ ਬਗੈਰ ਕੰਮ ਨਹੀਂ ਚੱਲਦਾ। ਕਿਉਂਕਿ ਅਸੀਂ ਉਹਨਾਂ ਨੂੰ ਬਾਰੀਕੀ ਨਾਲ ਨਹੀਂ ਪੜ੍ਹਦੇ। ਬਾਰੀਕੀ ਨਾਲ ਤਾਂ ਨਹੀਂ ਪੜ੍ਹਦੇ ਕਿਉਂਕਿ ਅਸੀਂ ਟੈਕਸਟ ਬੁੱਕਸ ਨੂੰ ਛੱਡ ਕੇ ਆਪਣੇ ਅਧਿਆਪਕਾਂ ਦਾ ਕਹਿਣਾ ਵਾਧਾ ਮੰਨਦੇ ਹਾਂ। ਮੇਰਾ ਖਿਆਲ ਹੈ ਅਰਸਤੂ ਦਾ ਕਹਿਣਾ ਮੰਨ ਲੈਣਾ ਚਾਹੀਦਾ ਪ੍ਰੋਫੈਸਰਾਂ ਦੇ ਨਾਲੋਂ, ਉਹ ਤੁਹਾਨੂੰ ਬਿਹਤਰ ਪੜ੍ਹਾ ਦਿੰਦਾ। ਧੰਨਵਾਦ। ਬਹੁਤ ਅੱਛੇ। ਪ੍ਰੋਫੈਸਰ ਰਾਜੇਸ਼ ਨੇ ਕਿਤਾਬ ਬਾਰੇ ਦੱਸਿਆ ਕਿ ਕਿਵੇਂ ਉਹਨਾਂ ਨੇ ਮੂਵੀਜ਼ ਦਾ ਜ਼ਿਕਰ ਕੀਤਾ, ਹਾਲੀਵੁੱਡ, ਬਾਲੀਵੁੱਡ ਤੇ ਜਿਹੜਾ ਇੰਡੀਅਨ ਐਸਥੈਟਿਕਸ ਪੋਲਿਟਿਕਸ ਹੈ ਉਸ ਦਾ ਵੀ ਜ਼ਿਕਰ ਕੀਤਾ। ਆਪਾਂ ਸਰ ਇਸ ਕਿਤਾਬ ਦੀ ਫਾਰਮੈਟ ਬਾਰੇ ਵੀ ਗੱਲ ਕਰਾਂਗੇ ਜਿਹੜਾ ਬੜਾ ਡਿਫਰੈਂਟ ਲੱਗਿਆ ਪੂਰਾ। ਪਰ ਮੈਂ ਪ੍ਰੋਫੈਸਰ ਲਹਿਰੀ ਵੱਲ ਜਾਣਾ। ਲਹਿਰੀ ਸਾਹਿਬ, ਜਿਵੇਂ ਤੁਹਾਡੀ ਕਿਤਾਬ 'ਚ ਤੁਸੀਂ ਕਿਤੇ ਕੀ ਹਮੇਸ਼ਾ ਹੀ ਮਤਲਬ ਅਰਿਸਟੋਟਲ ਨੂੰ ਹਰੇਕ ਚੀਜ਼ ਨੂੰ ਲੈ ਕੇ ਅਰਿਸਟੋਟਲ ਨੂੰ ਚੈਲੰਜ ਐਕਸਪਲੇਨ ਕਰਦੇ ਹੋ, ਫਿਰ ਉਸਨੂੰ ਚੈਲੰਜ ਵੀ ਕਰਦੇ ਹੋ। ਤਾਂ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹੁੰਦਾ ਸੀ, ਜਿਵੇਂ ਸਰ ਨੇ ਕਿਹਾ ਕਿ ਮੇਨ ਜਿਹੜਾ ਇਮੀਟੇਸ਼ਨ ਆਫ ਜਿਹੜਾ ਆਰਟ ਆਫ ਪੋਇਟਰੀ ਹੈ ਉਸ ਦੀ ਸ਼ੁਰੂਆਤ ਜਦੋਂ ਹੁੰਦੀ ਹੈ ਪੋਇਟਿਕਸ ਦੀ, ਉਹ ਲਿਖਦਾ ਹੈ ਕਿ ਲੈਟ ਅਸ ਡਿਸਕਸ ਦ ਆਰਟ ਆਫ ਪੋਇਟਰੀ ਇਨ ਜਨਰਲ ਐਂਡ ਇਟਸ ਸਪੀਸੀਜ਼, ਦ ਇਫੈਕਟ ਵਿਚ ਈਚ ਸਪੀਸੀਜ਼ ਆਫ ਪੋਇਟਰੀ ਹੈਜ਼ ਐਂਡ ਦ ਕਰੈਕਟ ਵੇ ਟੂ ਕੰਸਟਰਕਟ ਪਲੋਟ। ਫਿਰ ਉਹ ਕੰਪੋਜੀਸ਼ਨ ਦੀ ਗੱਲ ਕਰਦਾ, ਇੱਕ ਪਾਸੇ ਉਹ ਕੰਸਟਰਕਸ਼ਨ ਦੀ ਗੱਲ ਕਰ ਰਿਹਾ, ਇੱਕ ਪਾਸੇ ਉਹ ਕੰਪੋਜੀਸ਼ਨ ਦੀ ਗੱਲ ਕਰ ਰਿਹਾ, ਇੱਕ ਪਾਸੇ ਉਹ ਇਮੀਟੇਸ਼ਨ ਦੀ ਗੱਲ ਕਰ ਰਿਹਾ। ਇਹ ਤੁਸੀਂ ਸਾਰੀਆਂ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਕਿ ਜਿਹੜੀ ਇਹ ਇਮੀਟੇਸ਼ਨ ਦੀ ਗੱਲ ਕਰਦਾ ਹੈ ਤੇ ਕੰਸਟਰਕਸ਼ਨ ਦੀ ਗੱਲ ਕਰਦਾ ਹੈ, ਦੋਨੋਂ ਆਪਸ 'ਚ ਮਤਲਬ ਕੰਟਰਾਡਿਕਟਰੀ ਨਹੀਂ ਲੱਗ ਰਹੀਆਂ? ਮੈਂ ਪਹਿਲੇ ਨਾ ਤੁਹਾਨੂੰ ਆਪਣਾ ਜਿਹੜਾ ਮੇਰਾ ਫੋਕਸ ਹੈ, ਮੇਰੇ ਕੰਮ ਦਾ ਜਿਹੜਾ ਮੁੱਖ ਬਿੰਦੂ ਹੈ ਉਸ ਵੱਲ ਲਿਜਾਣਾ ਚਾਹੁੰਦਾ। ਅਰਸਤੂ ਦੀ ਰੈਪੂਟੇਸ਼ਨ ਇਹ ਹੈ ਕਿ ਕੋਈ ਵੀ ਬੰਦਾ ਉਹਨੂੰ ਸੁਪਰਸੀਡ ਨਹੀਂ ਕਰ ਸਕਿਆ, ਲੰਘ ਨਹੀਂ ਸਕਿਆ। ਤੇ ਸਦੀਆਂ ਬੀਤ ਗਈਆਂ, ਬਹੁਤ ਉਹਦੇ ਉੱਪਰ ਕੰਮ ਹੋਇਆ, ਪਰ ਉਹਦੇ ਕਿੱਤੇ ਦੇ ਵਿੱਚ ਕੋਈ ਵੀ ਬੰਦਾ ਕੋਈ ਵੈਲਿਊਏਬਲ ਚੀਜ਼ ਜਿਹੜੀ ਹੈ ਉਹ ਜੋੜ ਨਹੀਂ ਸਕਿਆ। ਇਹ ਇਸ ਫਿਲਾਸਫਰ ਦੀ ਰੈਪੂਟੇਸ਼ਨ ਹੈ। ਦੂਜਾ, ਪੋਇਟਿਕਸ ਬਾਰੇ ਜਦੋਂ ਵੀ ਅਸੀਂ ਪੜ੍ਹਦੇ ਹਾਂ ਤਾਂ ਅਲੱਗ-ਅਲੱਗ ਕਿਤਾਬਾਂ ਦੇ ਵਿੱਚ ਭੂਮਿਕਾ ਵਿੱਚ ਇਹ ਲਿਖਿਆ ਮਿਲਦਾ ਹੈ ਕਿ ਪੋਇਟਿਕਸ ਜਿਹੜੀ ਹੈ ਉਹ ਕਿਸ ਚੀਜ਼ ਬਾਰੇ ਹੈ। ਉਹ ਲਿਖਦੇ ਨੇ ਕਿ ਪੋਇਟਰੀ ਇਨ ਜਨਰਲ ਐਂਡ ਡਰਾਮਾ ਇਨ ਪਰਟੀਕੂਲਰ। ਜਿਹੜਾ ਮੇਰਾ ਫੋਕਸ ਹੈਗਾ ਉਹ ਮੈਂ ਇਸ ਆਬਜ਼ਰਵੇਸ਼ਨ ਦੇ ਦੂਜੇ ਹਿੱਸੇ ਨਾਲ ਸਹਿਮਤ ਨਹੀਂ ਹਾਂ ਕਿ ਜਿਹੜੀ ਪੋਇਟਿਕਸ ਹੈ ਉਹ ਡਰਾਮੇ ਦੀ ਵਿਆਖਿਆ ਕਰਦੀ ਹੈ, ਖਾਸ ਤੌਰ ਤੇ ਡਰਾਮੇ ਦੀ ਵਿਆਖਿਆ ਕਰਦੀ ਹੈ, ਕਿਉਂਕਿ ਟ੍ਰੈਜਡੀ ਨੂੰ ਉੱਥੇ ਸਾਰੀ ਕਿਤਾਬ ਦੇ ਵਿੱਚ ਫੋਕਸ ਦੇ ਵਿੱਚ ਰੱਖਿਆ ਹੋਇਆ। ਪਰ ਮੇਰੀ ਧਾਰਨਾ ਜਿਹੜੀ ਬਣਦੀ ਹੈ, ਮੇਰੀ ਸਹਿਮਤੀ ਨਹੀਂ ਬਣਦੀ ਇਸ ਗੱਲ। ਇਹ ਸਹਿਮਤੀ ਦੇ ਦੋ ਆਧਾਰ ਨੇ, ਜਾਂ ਸਹਿਮਤੀ ਦੇ ਦੋ ਆਧਾਰ ਨੇ। ਇੱਕ ਹੈ ਅਰਿਸਟੋਟਲ ਦੀ ਜਿਹੜੀ ਟ੍ਰੈਜਡੀ ਦੀ ਡੈਫੀਨੇਸ਼ਨ ਹੈ, ਤੇ ਇੱਕ ਜਿਹੜੇ ਟ੍ਰੈਜਡੀ ਦੇ
ਐਲੀਮੈਂਟ ਨੇ ਜਿਹੜਾ ਸਾਡੀ ਸਥਾਪਿਤ ਆਲੋਚਨਾ ਹੈ, ਜੋ ਐਸਟੈਬਲਿਸ਼ਡ ਵਿਚਾਰ ਹੈ, ਉਹ ਕਦੇ ਵੀ ਡੈਫੀਨੇਸ਼ਨ ਦੇ ਉੱਪਰ ਪ੍ਰਸ਼ਨ ਖੜੇ ਨਹੀਂ ਕਰਦਾ ਤੇ ਇਹ ਇੱਕ ਆਮ ਸਹਿਮਤੀ ਬਣੀ ਹੋਈ ਹੈ ਕਿ ਇਹ ਪਰਫੈਕਟ ਹੈ, ਇਹ ਕੰਪਲੀਟ ਹੈ ਤੇ ਇਹ ਕੰਪਰੀਹੈਂਸਿਵ ਹੈ। ਜਦੋਂ ਮੈਂ ਇਸ ਚੀਜ਼ ਨੂੰ ਪੜ੍ਹਦਾ ਤਾਂ ਮੈਨੂੰ ਜਵਾਬ ਜਿਹੜਾ ਆਉਂਦਾ ਕਿ ਨਾ ਇਹ ਕੰਪਰੀਹੈਂਸਿਵ ਹੈ, ਨਾ ਇਹ ਕੰਪਲੀਟ ਹੈ, ਇਹ ਇਨਐਡਿਕੁਏਟ ਹੈ, ਇਹ ਡਰਾਮਾ ਨੂੰ ਐਜ਼ ਏ ਜਨਰ ਉਸ ਦੀ ਵਿਆਖਿਆ ਨਹੀਂ ਕਰਦੀ। ਦੂਜਾ, ਜਦੋਂ ਵੀ ਅਸੀਂ ਪੜ੍ਹਦੇ ਹਾਂ, ਜਿੰਨਾ ਵੀ ਮਤਲਬ ਮੈਂ ਦੇਖ ਸਕਿਆ, ਜਿੱਥੇ ਵੀ ਕੋਈ ਲੈਕਚਰ ਹੁੰਦਾ, ਜਿੱਥੇ ਕੋਈ ਕਿਤਾਬ ਹੁੰਦੀ ਹੈ, ਜਿਹੜੇ 6 ਐਲੀਮੈਂਟਸ ਅਰਿਸਟੋਟਲ ਨੇ ਟ੍ਰੈਜਡੀ ਦੇ ਗਿਣਾਏ ਨੇ, ਇਹਨਾਂ ਨੂੰ ਸਵੀਕਾਰ ਕੀਤਾ ਗਿਆ। ਇਹਦੇ ਉੱਪਰ ਕੋਈ ਕਿੰਤੂ ਪਰੰਤੂ ਨਹੀਂ ਮਿਲਦਾ ਤੇ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹਾਂ ਕਿ ਟ੍ਰੈਜਡੀ ਦੇ ਇਹੋ ਹੀ 6 ਐਲੀਮੈਂਟ ਹੁੰਦੇ ਨੇ ਤੇ ਇਹ ਗੱਲ ਵੀ ਮੈਨੂੰ ਠੀਕ ਨਹੀਂ ਲੱਗਦੀ। ਹੁਣ ਸਵਾਲ ਇਹ ਹੈ ਕਿ ਕੀ ਅਰਸਤੂ ਨੂੰ ਆਲੋਚਕਾਂ ਨੇ ਕਿਵੇਂ ਸਮਝਿਆ, ਕੀ ਠੀਕ ਸਮਝਿਆ ਜਾਂ ਨਹੀਂ ਸਮਝਿਆ, ਇੱਕ ਸਵਾਲ ਇਹ ਹੈ। ਦੂਜਾ, ਸਾਡੀ ਕੋਸ਼ਿਸ਼ ਹੈ ਕਿ ਅਸੀਂ ਅਰਸਤੂ ਨੂੰ ਉਵੇਂ ਸਮਝੀਏ ਜੋ ਉਹ ਕਹਿਣਾ ਚਾਹੁੰਦਾ ਹੈ ਤੇ ਜਦੋਂ ਅਸੀਂ ਇਸ ਗੱਲ ਤੇ ਪਹੁੰਚ ਜਾਈਏ ਕਿ ਅਰਸਤੂ ਇਹ ਗੱਲ ਕਹਿਣਾ ਚਾਹੁੰਦਾ ਹੈਗਾ, ਫਿਰ ਅਸੀਂ ਅਰਸਤੂ ਦੇ ਕੰਮ ਦਾ ਮੁਲਾਂਕਣ ਕਰੀਏ ਕਿ ਉਹ ਕਿਹੜੀ ਗੱਲ ਜਿਹੜੀ ਉਹਦੀ ਵੈਲਿਡ ਹੈ ਤੇ ਕਿਹੜੀ ਗੱਲ ਇਨਵੈਲਿਡ ਹੈ। ਇਹ ਚੀਜ਼ ਮੈਨੂੰ ਲੱਗਦਾ ਕਿ ਨਹੀਂ ਹੋਈ। ਤਾਂ ਜਿਹੜੀ ਉਹਦੀ ਡੈਫੀਨੇਸ਼ਨ ਹੈ ਟ੍ਰੈਜਡੀ ਦੀ, ਮੈਂ ਕਿਉਂ ਕਹਿੰਦਾ ਕਿ ਉਹ ਟ੍ਰੈਜਡੀ ਦੀ ਜਿਹੜੀ ਡਰਾਮੇ ਦੀ ਵਿਆਖਿਆ ਐਜ਼ ਏ ਜਨਰ ਅਰਸਤੂ ਨਹੀਂ ਕਰ ਰਿਹਾ, ਉਹਦਾ ਕਾਰਨ ਇਹ ਹੈ ਕਿ ਮੇਰੇ ਹਿਸਾਬ ਨਾਲ ਜਿਹੜੇ ਐਵੀਡੈਂਸ ਪੋਲਿਟਿਕਸ ਤੋਂ ਮਿਲਦੇ ਨੇ ਉਹਦੇ ਆਧਾਰ ਤੇ ਕਿ ਹਿਸ ਡੈਫੀਨੇਸ਼ਨ ਇਜ਼ ਗਰਾਊਂਡਡ ਇਨ very much grounded in literature and it did not connect with the visual art। ਇਹਦੇ ਵਿੱਚ ਇੱਕ ਡੈਫੀਸ਼ੀਐਂਸੀ ਹੈ ਕਿ ਅਰਸਤੂ ਜਦੋਂ ਆਪਣੀ ਡਰਾਮੇ ਦੀ ਪਰਿਭਾਸ਼ਾ ਕਰ ਰਿਹਾ ਹੈ, ਉਸ ਦੇ ਵਿੱਚ ਜਿਹੜੇ ਕੰਮ ਕਰ ਰਹੇ ਨੇ, ਆਧਾਰ ਕੰਮ ਕਰ ਰਹੇ ਨੇ, ਜਾਂ ਜਿਹੜੇ ਐਲੀਮੈਂਟਸ ਨੇ ਉਹ ਲਿਟਰੇਚਰ ਦੇ ਨੇ, ਉਹ ਥੀਏਟਰ ਨਾਲ ਕਨੈਕਟ ਨਹੀਂ ਹੁੰਦੇ। ਦੂਜਾ, ਜਿਹੜੇ 6 ਐਲੀਮੈਂਟਸ ਨੇ ਇਹ ਵੀ ਕੁਆਲੀਫਾਈ ਨਹੀਂ ਕਰਦੇ। ਤਾਂ ਹੁਣ ਮੈਂ ਇਸ ਗੱਲ ਨੂੰ ਕਿਵੇਂ ਪ੍ਰੂਵ ਕਰਾਂ? ਤਾਂ ਉਹ ਕੀ ਹੈਗਾ ਕਿ ਜਦੋਂ ਮੈਂ ਅਰਿਸਟੋਟਲ ਨੂੰ, ਉਹਦੀ ਡੈਫੀਨੇਸ਼ਨ ਨੂੰ ਜਾਂ ਉਹਦੀ ਐਕਸਪਲੇਨੇਸ਼ਨ ਨੂੰ ਪੜ੍ਹਦਾ ਤਾਂ ਮੈਨੂੰ ਇੱਕ ਬਹੁਤ ਵੱਡੀ ਕੰਟਰਾਡਿਕਸ਼ਨ ਨਜ਼ਰ ਆਉਂਦੀ ਹੈ। ਉਹ ਕੰਟਰਾਡਿਕਸ਼ਨ ਕੀ ਹੈ ਕਿ ਅਰਸਤੂ ਦੀ ਟ੍ਰੈਜਡੀ ਦੀ ਪਰਿਭਾਸ਼ਾ ਕੁਝ ਹੋਰ ਕਹਿ ਰਹੀ ਹੈ ਤੇ ਉਸ ਦੀ ਐਕਸਪਲੇਨੇਸ਼ਨ ਕੁਝ ਹੋਰ ਕਹਿ ਰਹੀ ਹੈ ਤੇ ਜਿਹੜੇ ਐਲੀਮੈਂਟਸ ਨੇ ਉਹ ਬਦਲ ਜਾਂਦੇ ਨੇ ਤੇ ਜੇ ਬਦਲ ਜਾਂਦੇ ਨੇ ਫਿਰ ਇਹ ਕੰਟਰਾਡਿਕਸ਼ਨ ਹੈ। ਜੇ ਕੰਟਰਾਡਿਕਸ਼ਨ ਹੈ ਫਿਰ ਇਹ ਲੌਜੀਕਲ ਨਹੀਂ ਹੈਗੀ। ਤਾਂ ਇਸ ਚੀਜ਼ ਨੂੰ ਸਿੱਧ ਕਰਨ ਲਈ ਸਾਨੂੰ ਅਰਸਤੂ ਦੇ ਮੂਲ ਜਿਹੜਾ ਉਹਦਾ ਸੰਕਲਪ ਹੈ ਉਸ ਤੇ ਜਾਣਾ ਚਾਹੀਦਾ ਹੈ। ਅਰਸਤੂ ਕਹਿੰਦਾ ਕਿ ਕੋਈ ਵੀ ਕਲਾਤਮਕ ਵਰਤਾਰਾ ਹੈ ਜਿਹੜਾ, ਉਸ ਨੂੰ 3 ਚੀਜ਼ਾਂ ਡਿਫਾਈਨ ਕਰਦੀਆਂ ਨੇ। ਆਰਟ ਨੂੰ ਇਮੀਟੇਸ਼ਨ ਤੋਂ ਕਹਿ ਰਿਹਾ ਹੈ ਕਿ ਨੰਬਰ 1 ਆਬਜੈਕਟ ਆਫ ਇਮੀਟੇਸ਼ਨ, ਨੰਬਰ 2 ਮੀਡੀਅਮ ਆਫ ਇਮੀਟੇਸ਼ਨ, ਨੰਬਰ 3 ਮੈਨਰ ਆਫ ਇਮੀਟੇਸ਼ਨ। ਜਦੋਂ ਅਸੀਂ ਇਸ ਗੱਲ ਨੂੰ ਲਾਗੂ ਕਰਦੇ ਹਾਂ ਕਿ ਜਿਹੜੇ ਐਲੀਮੈਂਟਸ ਐਕਸਪਲੇਨੇਸ਼ਨ ਦੇ ਵਿੱਚ ਆਉਂਦੇ ਨੇ ਕਿ ਇਹਦੇ ਵਿੱਚ 3 ਚੀਜ਼ਾਂ ਨੇ, ਪਲਾਟ, ਕਰੈਕਟਰ ਤੇ ਥਾਟ, ਇਸ ਨੂੰ ਕਹਿੰਦਾ ਕਿ ਆਬਜੈਕਟ ਆਫ ਇਮੀਟੇਸ਼ਨ ਹੈ। ਓਕੇ,
ਫਿਰ ਉਹ ਕਹਿੰਦਾ ਕਿ ਜਿਹੜਾ Song ਹੈ ਤੇ ਡਿਕਸ਼ਨ ਹੈ ਇਹ ਮੀਡੀਅਮ ਹੈ, ਤੇ ਤੀਜਾ ਉਹ ਕਹਿੰਦਾ ਕਿ ਜਿਹੜਾ ਸਪੈਕਟੀਕਲ ਹੈ ਇਹ ਮੈਨਰ ਹੈ, ਮੈਨਰ ਆਫ ਇਮੀਟੇਸ਼ਨ ਹੈ, ਜਦੋਂ ਕਿ ਗੱਲ ਸਹੀ ਨਹੀਂ ਹੈਗੀ। ਸਪੈਕਟੀਕਲ ਮੈਨਰ ਆਫ ਇਮੀਟੇਸ਼ਨ ਨਹੀਂ ਹੈਗਾ। ਸਪੈਕਟੀਕਲ ਵੀ ਇੱਕ ਮੀਡੀਅਮ ਹੈ ਜਿਹੜੀ ਕਿ ਅਰਸਤੂ ਦੀ ਪੂਰੀ ਕਿਤਾਬ ਜਿਹੜੀ ਦੱਸਦੀ ਹੈ ਕਿ ਸਪੈਕਟੀਕਲ ਉਹਨੇ ਸ਼ਬਦ ਯੂਜ਼ ਕੀਤਾ ਹੈ ਸੀਨਰੀ ਲਈ, ਜਿਹੜੀ ਸਟੇਜ ਦੇ ਬੈਕਗਰਾਉਂਡ ਦੇ ਵਿੱਚ ਲਗਾਈ ਜਾਂਦੀ ਸੀ, ਵਿਚ ਵਾਜ਼ ਐਡਡ ਬਾਈ ਸੋਫੋਕਲਿਸ। ਤੇ ਉਹ ਜਿਹੜੀ ਚੀਜ਼ ਹੈ ਦੈਟ ਇਜ਼ ਮੀਡੀਅਮ ਆਫ ਥੀਏਟਰ। ਉਹ ਥੀਏਟਰ ਦੇ ਮੀਡੀਅਮ ਦੇ ਤੌਰ ਤੇ ਉਸ ਚੀਜ਼ ਨੂੰ ਲੈ ਰਿਹਾ, ਤੇ ਜਿਹੜੀ ਉਸ ਦੀ ਡੈਫੀਨੇਸ਼ਨ ਹੈ ਉਸ ਦੇ ਵਿੱਚ ਸਪੈਕਟੀਕਲ ਨਾਂ ਦੀ ਕੋਈ ਚੀਜ਼ ਨਹੀਂ ਹੈ। ਜਿਹੜਾ ਸਪੈਕਟੀਕਲ ਦਾ ਐਲੀਮੈਂਟ ਹੈ ਫੋਰਨ ਐਲੀਮੈਂਟ ਹੈ, ਜਿਹੜਾ ਐਕਸਪਲੇਨੇਸ਼ਨ 'ਚ ਹੈਗਾ ਬਟ ਡੈਫੀਨੇਸ਼ਨ 'ਚ ਨਹੀਂ ਹੈਗਾ। ਡੈਫੀਨੇਸ਼ਨ ਦੇ ਵਿੱਚ ਟ੍ਰੈਜਡੀ ਦੀ ਵਿਧੀ ਕੀ ਹੈ? ਉਹ ਕਹਿੰਦਾ ਐਕਸ਼ਨ ਨਾਟ ਨੈਰੇਟਿਵ। ਉੱਥੇ ਐਕਸ਼ਨ ਨੂੰ ਨਾਟਕ ਦੀ ਵਿਧੀ ਦੇ ਤੌਰ ਤੇ ਉਹ ਪੇਸ਼ ਕਰਦਾ। ਕਈ ਅਨੁਵਾਦਕਾਂ ਨੇ ਡਰਾਮੈਟਿਕ ਸ਼ਬਦ ਯੂਜ਼ ਕੀਤਾ ਹੈ, ਡਰਾਮੈਟਿਕ ਬਟ ਨਾਟ ਨੈਰੇਟਿਵ। ਤੇ ਉਸ ਤੋਂ ਬਾਅਦ ਜਿਹੜੇ ਅਨੁਵਾਦ ਨੇ ਉਹਨਾਂ ਨੇ ਉਸ ਦੇ ਵਿੱਚ ਹੋਰ ਵੀ ਪਰਿਵਰਤਨ ਕੀਤੇ ਨੇ, ਪਰ ਬੇਸਿਕ ਚੀਜ਼ ਕੀ ਹੈ ਇਹਦੇ ਵਿੱਚ ਕਿ ਜਿਹੜਾ ਸਪੈਕਟੀਕਲ ਹੈ ਇਹ ਨਹੀਂ ਹੈਗਾ, ਇਹ ਐਕਸਪਲੇਨੇਸ਼ਨ 'ਚ ਆ ਜਾਂਦਾ ਹੈ। ਤੇ ਐਕਸਪਲੇਨੇਸ਼ਨ ਵਿੱਚ ਜਦੋਂ ਆ ਜਾਂਦਾ ਹੈ ਤਾਂ ਉੱਥੇ ਇਹ ਐਲੀਮੈਂਟ ਜਿਹੜਾ ਐਕਸ਼ਨ ਹੈ, ਜਿਹੜੀ ਗੱਲ ਡੈਫੀਨੇਸ਼ਨ 'ਚ ਕਹੀ ਗਈ ਹੈ, ਉਹ ਐਲੀਮੈਂਟ ਉੱਥੋਂ ਗਾਇਬ ਹੋ ਜਾਂਦਾ। ਡੈਫੀਨੇਸ਼ਨ 'ਚ ਐਕਸ਼ਨ ਹੈ, ਐਕਸਪਲੇਨੇਸ਼ਨ ਹੈ। ਅਗਲੀ ਕੰਟਰਡਿਕਸ਼ਨ ਇਹ ਹੈ ਕਿ ਉਹ ਕਹਿੰਦਾ ਕਿ ਸਪੈਕਟੀਕਲ ਇਜ਼ ਨਾਟ ਨੈਸੈਸਰੀ। ਇੱਕ ਜਗ੍ਹਾ ਉਹ ਕਹਿ ਰਿਹਾ ਹੈ ਕਿ ਦਿਸ ਇਜ਼ ਦਾ ਲਿਸਟ, ਦਿਸ ਇਜ਼ ਦਾ ਕੰਪਲੀਟ, these are the 6 elements, ਪਰ ਉਸੇ ਐਕਸਪਲੇਨੇਸ਼ਨ 'ਚ ਕਹਿੰਦਾ ਕਿ ਸਪੈਕਟੀਕਲ ਜ਼ਰੂਰੀ ਨਹੀਂ ਹੈਗਾ, ਸਪੈਕਟੀਕਲ ਤੋਂ ਬਿਨਾਂ ਵੀ ਸਰ ਸਕਦਾ। ਜੇ ਸਪੈਕਟੀਕਲ ਵਿਧੀ ਹੁੰਦਾ ਤਾਂ ਕੀ ਵਿਧੀ ਬਿਨਾਂ ਸਰ ਜਾਂਦਾ? ਮੇਰਾ ਇਤਰਾਜ਼ ਇਹ ਹੈ ਕਿ ਜਿਹੜੇ 6 ਐਲੀਮੈਂਟ ਗਿਣਾਏ ਨੇ ਉਹਦੇ ਵਿੱਚ 5 ਐਲੀਮੈਂਟ ਜਿਹੜੇ ਨੇ 2 ਮਾਧਿਅਮ ਨਾਲ ਸੰਬੰਧਿਤ ਨੇ ਤੇ 3 ਆਬਜੈਕਟ ਨਾਲ ਸੰਬੰਧਿਤ ਨੇ। ਤੇ ਜੇ ਅਸੀਂ ਸਪੈਕਟੀਕਲ ਨੂੰ ਬਾਹਰ ਕੱਢ ਦਈਏ ਤਾਂ ਉਹਦੇ ਵਿੱਚ ਮੈਨਰ ਹੈ ਨਹੀਂ। ਜੇ ਮੈਨਰ ਆਫ ਇਮੀਟੇਸ਼ਨ ਨਹੀਂ ਹੈਗਾ ਤਾਂ ਉਹ ਇੱਕ ਕਲਾਤਮਕ ਸੰਰਚਨਾ ਨਹੀਂ ਬਣ ਸਕਦੀ। ਜਿਹੜੀ ਚੀਜ਼ ਨੂੰ ਅਰਿਸਟੋਟਲ ਲੈ ਕੇ ਚੱਲਿਆ, ਜਿਹੜੀ ਕਿ ਬਹੁਤ ਖੂਬਸੂਰਤ ਹੈ, ਜਿਹੜੀ ਕਿ ਬਹੁਤ ਸਹੀ ਹੈ, ਪਰ ਜਦੋਂ ਉਹ ਐਨਾਲਿਸਿਸ ਕਰਦਾ ਹੈ ਤਾਂ ਉਸ ਦੇ ਵਿੱਚ ਉਹ ਚੀਜ਼ ਹੈ ਨਹੀਂ। ਹੁਣ ਸਾਨੂੰ ਮਤਲਬ ਕਿ ਜੇ ਪੋਇਟਿਕਸ ਨੂੰ ਪੜ੍ਹਨਾ ਹੈਗਾ, ਇੱਕ ਕਿ ਇਹ ਪੋਇਟਿਕਸ ਥੀਏਟਰ ਨੂੰ ਡਿਫਾਈਨ ਕਰਦੀ ਹੈ ਜਾਂ ਨਹੀਂ ਕਰਦੀ, ਤਾਂ ਤੁਹਾਨੂੰ ਇਹਨਾਂ ਸ਼ਬਦਾਂ ਦੇ ਉੱਪਰ ਕਿ ਸਪੈਕਟੀਕਲ ਤੋਂ ਅਰਿਸਟੋਟਲ ਦਾ ਕੀ ਮੀਨਿੰਗ ਹੈ, ਕਿਉਂਕਿ ਬਹੁਤ ਸਾਰੇ ਆਲੋਚਕਾਂ ਨੇ ਇਸ ਚੀਜ਼ ਨੂੰ ਕਵਰ ਕਰਨ ਲਈ ਸਪੈਕਟੀਕਲ ਦੇ ਆਪਣੇ ਮਨ ਘੜੰਤ ਮੀਨਿੰਗ ਜਿਹੜੇ ਨੇ ਉਹ ਐਕਸਪਲੇਨੇਸ਼ਨ 'ਚ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਪਰ ਜੋ ਟੈਕਸਟ ਵਿੱਚ ਲਿਖਿਆ ਹੋਇਆ, ਟੈਕਸਟ ਵਿੱਚ ਕੀ ਕਹਿੰਦਾ ਉਹ ਕਿ ਇਹ ਸਟੇਜ ਮੈਕੈਨਿਸਟ ਦੇ ਨਾਲ ਸੰਬੰਧਿਤ ਚੀਜ਼ ਹੈ, ਇਹ ਪੋਇਟ ਨਾਲ ਸੰਬੰਧਿਤ ਚੀਜ਼ ਨਹੀਂ ਹੈਗੀ। ਤਾਂ ਟੈਕਸਟ ਨਹੀਂ ਐਵੀਡੈਂਸ ਦਿੰਦੀ ਕਿ ਸਪੈਕਟੀਕਲ ਦਾ ਕੋਈ ਪੋਇਟ ਨਾਲ ਸੰਬੰਧ ਹੈ, ਤੇ ਫਿਰ ਅਰਿਸਟੋਟਲ ਕਹਿੰਦਾ ਕਿ ਵੀ ਪੋਇਟ ਸਪੈਕਟੀਕਲ ਦੀ ਕੋਈ ਜ਼ਰੂਰਤ ਵੀ ਨਹੀਂ ਹੈਗੀ। ਹੁਣ ਜਿਹੜੀ ਅਗਲੀ ਚੀਜ਼ ਹੈ ਕਿ ਕੀ ਇਹ ਡੈਫੀਨੇਸ਼ਨ ਕੁਆਲੀਫਾਈ ਕਰਦੀ ਹੈ? ਮੇਰਾ ਇਤਰਾਜ਼ ਇਹ ਹੈ ਕਿ ਇਹ ਕੁਆਲੀਫਿਕੇਸ਼ਨ ਜਿਹੜੀ ਹੈ, ਇੱਕ ਡੈਫੀਨੇਸ਼ਨ ਜਿਹੜੀ ਹੈ ਡਰਾਮਾ ਦੀ, ਉਹ ਨਹੀਂ ਕਰਦੀ, ਕਿਉਂਕਿ ਇਹ ਲਿਟਰੇਚਰ ਵਿੱਚ ਗਰਾਊਂਡਡ ਹੈ। ਜਿੰਨੇ ਵੀ ਇਹਦੇ ਐਲੀਮੈਂਟਸ ਨੇ ਇਹਦੇ ਵਿੱਚ ਐਕਟਰ ਨਹੀਂ ਆਉਂਦਾ। ਜਦੋਂ 6 ਐਲੀਮੈਂਟ ਹੁੰਦੇ ਨੇ ਉਹ 'ਚ ਕਰੈਕਟਰ ਹੈ, ਐਕਟਰ ਨਹੀਂ ਹੈਗਾ, ਕਿਉਂਕਿ ਐਕਟਰ ਦਾ ਸੰਬੰਧ ਹੈ ਵਿਧੀ ਨਾਲ। ਫਿਰ ਜਿਹੜਾ ਐਕਸ਼ਨ ਸ਼ਬਦ ਹੈ ਜਾਂ ਡਰਾਮੈਟਿਕ ਸ਼ਬਦ ਹੈ ਜਾਂ ਉਹਦੀ ਜਗ੍ਹਾ ਤੇ ਜਿੰਨੇ ਵੀ ਸਬਸਟੀਚਿਊਟ ਯੂਜ਼ ਕੀਤੇ ਜਾਂਦੇ ਨੇ ਉਸ ਦਾ ਕੀ ਮੀਨਿੰਗ ਹੈ, ਇਹ ਚੀਜ਼ ਦੇਖਣ ਵਾਲੀ ਹੈ।
ਸਪੈਕਟੇਕਲ ਕੀ ਹੈ, ਇਹ ਚੀਜ਼ ਵੇਖਣ ਵਾਲੀ ਹੈ। ਤੇ ਇੱਕ ਚੀਜ਼ ਉਹਦੇ ਵਿੱਚ ਦੇਖਣ ਵਾਲੀ ਹੈ ਕਿ ਅਰਿਸਟੋਟਲ ਬਾਰ-ਬਾਰ ਇਹ ਗੱਲ ਕਹਿ ਰਿਹਾ ਹੈਗਾ ਕਿ ਟ੍ਰੈਜਡੀ ਦਾ ਮੀਡੀਅਮ ਲੈਂਗੁਏਜ ਹੈ। ਤੇ ਜਦੋਂ ਮੈਂ PhD ਕਰਦਾ ਸੀਗਾ, ਮੇਰਾ ਦਿਮਾਗ ਇਸ ਸ਼ਬਦ ਦੇ ਉੱਪਰ ਖੜ ਗਿਆ ਕਿ ਇਹ ਚੀਜ਼ ਕਿਵੇਂ ਪੋਸੀਬਲ ਹੋ ਸਕਦੀ ਹੈ ਕਿ ਟ੍ਰੈਜਡੀ ਦਾ ਮਾਧਿਅਮ ਸ਼ਬਦ ਹੈ, ਡਰਾਮੇ ਦਾ ਮਾਧਿਅਮ, ਐਕਚੁਅਲੀ ਡਰਾਮੇ ਦੀ ਗੱਲ ਕਰ ਰਿਹਾ, ਉਹ ਡਰਾਮੇ ਦਾ ਮਾਧਿਅਮ ਸ਼ਬਦ ਹੈ। ਡਰਾਮੇ ਦੇ ਤਾਂ ਬਹੁਤ ਸਾਰੇ ਮਾਧਿਅਮ ਨੇ, ਐਕਟਰ ਵੀ ਹੈ, ਸਟੇਜ ਵੀ ਹੈ, ਕਾਸਟਿਊਮਸ ਨੇ, ਦੇयर ਆਰ ਸੋ ਮੈਨੀ ਥਿੰਗਸ ਜਿਹੜੀਆਂ ਡਰਾਮੇ ਦਾ ਮਾਧਿਅਮ ਨੇ। ਤੇ ਅਗਲੀ ਗੱਲ ਇਹ ਹੈ ਕਿ ਬਿਨਾਂ ਭਾਸ਼ਾ ਤੋਂ, ਬਿਨਾਂ ਸ਼ਬਦਾਂ ਤੋਂ ਡਰਾਮਾ ਪੋਸੀਬਲ ਹੈ, ਪਰ ਬਿਨਾਂ ਐਕਟਰ ਤੋਂ, ਬਿਨਾਂ ਸਟੇਜ ਤੋਂ, ਬਿਨਾਂ ਉਸ ਜਿਹੜੇ ਸਟੇਜ ਦੀਆਂ ਹੋਰ ਡਾਇਮੈਂਸ਼ਨਸ ਤੋਂ ਬਿਨਾਂ ਡਰਾਮਾ ਪੋਸੀਬਲ ਨਹੀਂ ਹੈਗਾ। ਇਹ ਕਿਵੇਂ ਹੋ ਸਕਦਾ? ਤਾਂ ਫਿਰ ਬੈਕਗਰਾਉਂਡ 'ਚ ਜਦੋਂ ਮੈਂ ਸਾਰੀ ਗੱਲ ਦੀ ਬੈਕਗਰਾਉਂਡ ਦੇ ਵਿੱਚ ਆਉਂਦਾ ਤਾਂ ਮੈਨੂੰ ਪਤਾ ਲੱਗਦਾ ਕਿ ਅਰਿਸਟੋਟਲ ਜਿਹੜਾ ਇਹ ਗੱਲਾਂ ਕਰ ਰਿਹਾ, ਕਿਉਂ ਕਰ ਰਿਹਾ? ਉਹ ਇਸ ਕਰਕੇ ਕਰ ਰਿਹਾ ਕਿ ਅਰਿਸਟੋਟਲ ਦੀ ਸਾਰੀ ਜਿਹੜੀ ਡੈਫੀਨੇਸ਼ਨ ਹੈ, ਇਹ ਐਪਿਕ ਦੇ ਰੈਫਰੈਂਸ ਵਿੱਚ ਬਣਾਈ ਗਈ ਹੈ। ਇਹ ਸਟੇਜ ਦੇ ਜਾਂ ਪਰਫਾਰਮੈਂਸ ਦੇ ਰੈਫਰੈਂਸ ਦੇ ਵਿੱਚ ਡੈਫੀਨੇਸ਼ਨ ਨਹੀਂ ਬਣੀ ਹੋਈ। ਤੇ ਇਹਦੇ ਐਵੀਡੈਂਸ ਤੁਹਾਨੂੰ ਸਾਰੀ ਪੋਲਿਟਿਕਸ ਵਿੱਚ ਮਿਲਣਗੇ ਕਿ ਐਪਿਕ ਇਹ ਹੈ, ਟ੍ਰੈਜਡੀ ਇਹ ਹੈ, ਐਪਿਕ ਇਹ ਹੈ, ਟ੍ਰੈਜਡੀ ਇਹ ਹੈ, ਐਪਿਕ ਵਿੱਚ ਇਹ ਹੁੰਦਾ, ਟ੍ਰੈਜਡੀ ਵਿੱਚ ਇਹ ਹੁੰਦਾ, ਇਹ ਨਹੀਂ ਹੁੰਦਾ। ਤਾਂ ਉਹ ਜਿਹੜੀ ਚੀਜ਼ ਹੈਗੀ ਕਿ ਤਾਂ ਮੇਰੀ ਮਤਲਬ ਵੀ ਇਹ ਬਣਦੀ ਹੈ ਕਿ ਅਰਿਸਟੋਟਲ ਜਿੰਨਾ ਵੱਡਾ ਚਿੰਤਕ ਹੈ, ਇਹ ਤਾਂ ਹੋ ਨਹੀਂ ਸਕਦਾ ਕਿ ਕੋਈ ਚੀਜ਼ ਉਸ ਤੋਂ ਛੁਪੀ ਹੋਵੇ। ਮੈਨੂੰ ਲੱਗਦਾ ਕਿ ਉਸ ਦੀ ਪੋਜੀਸ਼ਨ ਜਿਹੜੀ ਹੈ ਉਹ ਕਿਸੇ ਹੋਰ ਪੋਜੀਸ਼ਨ ਤੋਂ ਸਾਰੀ ਚੀਜ਼ ਨੂੰ ਵੇਖ ਰਿਹਾ। ਤਾਂ ਜਿਹੜੀ ਮੇਰੀ ਫਾਰਮੂਲੇਸ਼ਨ ਬਣਦੀ ਹੈ ਉਹ ਇਹ ਬਣਦੀ ਹੈ ਕਿ ਫਾਰ ਅਰਿਸਟੋਟਲ ਟੈਕਸਟ ਇਜ਼ ਪ੍ਰਾਇਮਰੀ ਐਂਡ ਪਰਫਾਰਮੈਂਸ ਇਜ਼ ਸੈਕੰਡਰੀ। ਜਦੋਂ ਕਿ ਡਰਾਮਾ ਦਾ ਜਿਹੜਾ ਐਵੋਲੂਸ਼ਨ ਹੈ ਉਹ ਪਰਫਾਰਮੈਂਸ ਇਜ਼ ਪ੍ਰਾਇਮਰੀ ਐਂਡ ਟੈਕਸਟ ਇਜ਼ ਸੈਕੰਡਰੀ। ਤਾਂ ਜਦੋਂ ਉਲਟੀ ਪੋਜੀਸ਼ਨ ਤੋਂ ਚੀਜ਼ਾਂ ਨੂੰ ਦੇਖ ਰਿਹਾ ਤਾਂ ਉਹ ਟੈਕਸਟ ਨੂੰ ਪ੍ਰਾਇਮਰੀ ਮੰਨ ਕੇ ਇਹ ਸਾਰੀਆਂ ਗੱਲਾਂ ਕਰ ਰਿਹਾ। ਤੇ ਉਹਦੇ ਲਈ ਇਸੇ ਲਈ ਉਹ ਕਹਿੰਦਾ ਕਿ ਮੀਡੀਅਮ ਜਿਹੜਾ ਹੈਗਾ ਟ੍ਰੈਜਡੀ ਦਾ ਉਹ ਲੈਂਗੁਏਜ ਹੈ। ਜੇ ਉਹ ਪਰਫਾਰਮੈਂਸ ਤੋਂ ਟ੍ਰੈਜਡੀ ਮਤਲਬ ਟੈਕਸਟ ਵੱਲ ਜਾਂਦਾ ਤਾਂ ਇਹ ਚੀਜ਼ ਨਹੀਂ ਸੀ ਹੋਣੀ। ਹਾਂਜੀ, ਪ੍ਰੋਫੈਸਰ ਲੈਰੀ ਨੇ ਕਿਹਾ ਕਿ ਜਿਹੜਾ ਅਰਿਸਟੋਟਲ ਹੈ ਉਹ ਸਟੇਜ ਨੂੰ ਕਿਤੇ ਨਾ ਕਿਤੇ ਇਗਨੋਰ ਕਰਦਾ ਹੈ ਤੇ ਉਹਦਾ ਲਿਟਰੇਰੀ ਐਸਪੈਕਟ। ਤੁਸੀਂ ਪ੍ਰੋਫੈਸਰ ਰਜੇਸ਼ ਸ਼ਰਮਾ ਜੀ, ਤੁਸੀਂ ਕਹਿਣਾ ਚਾਹੋਗੇ ਕੁਝ ਜਿਹੜੀ ਇਹਨਾਂ ਨੇ ਡੈਫੀਨੇਸ਼ਨ ਦਿੱਤੀ ਤੇ ਜਿਹੜਾ ਸਟੇਜ ਨੂੰ ਇਗਨੋਰ ਕਰਨ ਦੀ ਗੱਲ ਕੀਤੀ ਇਸ ਬਾਰੇ? ਦੇਖੋ, ਮੇਰਾ ਤਾਂ ਪੁਆਇੰਟ ਆਫ ਡਿਪਾਰਚਰ ਹੀ ਇਹ ਹੈ ਕਿ ਅਰਸਤੂ ਦੀ ਪੋਇਟਿਕਸ ਨੂੰ ਬੜੀ ਪੇਸ਼ੈਂਸ ਨਾਲ ਪੜ੍ਹਨ ਦੀ ਲੋੜ ਹੈ। ਦੂਸਰੇ ਕਿ ਇਸ ਟੈਕਸਟ ਦਾ ਸੁਭਾਅ ਕੀ ਹੈ ਉਹ ਸਮਝਣਾ ਚਾਹੀਦਾ ਹੈ। ਇਹ ਇਸ ਤਰ੍ਹਾਂ ਦੀ ਟੈਕਸਟ ਨਹੀਂ ਹੈ ਜਿਸ ਤਰ੍ਹਾਂ ਦੀ ਇੱਕ PhD ਦਾ ਥੀਸਿਸ ਹੁੰਦਾ ਹੈ ਕਿ ਆਪਣੇ ਆਪ ਦੇ ਵਿੱਚ ਇੱਕ ਐਗਜ਼ੌਸਟਿਵ ਕੰਪਰੀਹੈਂਸਿਵ ਟੈਕਸਟ ਹੋਵੇ। ਜਿਸ ਤਰ੍ਹਾਂ ਮੈਂ ਕਿਹਾ ਕਿ ਇੱਕ ਤਾਂ ਇਹ ਉਸ ਦੇ ਵਰਕਿੰਗ ਨੋਟਸ ਹੈ ਲੈਕਚਰਸ ਦੇ ਲਈ, ਜਿਸ ਨੂੰ ਅਨਪੈਕ ਕਰਨਾ ਪਾਠਕ ਦਾ ਕੰਮ ਹੈ। ਦੂਸਰੇ, ਅਰਸਤੂ ਜਿਸ ਤਰ੍ਹਾਂ ਪੜ੍ਹਾਉਂਦਾ ਹੁੰਦਾ ਸੀ ਉਹਦੇ ਵਿੱਚ ਉਹ ਅਜ਼ਿਊਮ ਕਰਦਾ ਸੀ ਕਿ ਪਾਠਕਾਂ ਨੇ ਉਹਦੀਆਂ ਬਾਕੀ ਕਿਤਾਬਾਂ ਪੜ੍ਹੀਆਂ ਹੋਈਆਂ ਤੇ ਬਾਕੀ ਲੈਕਚਰ ਵੀ ਸੁਣੇ ਹੋਏ। ਸੋ ਪੋਇਟਿਕਸ ਸੈਲਫ ਸਫੀਸ਼ੀਐਂਟ ਟੈਕਸਟ ਨਹੀਂ ਹੈ। ਇਸੇ ਕਰਕੇ ਇਹਦੇ 'ਚ ਬਹੁਤ ਸਾਰੀਆਂ ਭ੍ਰਾਂਤੀਆਂ ਪੈਦਾ ਹੋਈਆਂ। ਇਹ ਇਸ ਕੰਡੀਸ਼ਨ ਤੋਂ ਸ਼ੁਰੂ ਹੁੰਦੀ ਹੈ ਕਿ ਤੁਸੀਂ ਉਹਦੀਆਂ ਬਾਕੀ ਕਿਤਾਬਾਂ ਨਾਲ ਨਾਲ ਪੜ੍ਹਦੇ ਹੋ ਤਾਂ ਹੀ ਇਹਨੂੰ ਸਮਝੋਗੇ। ਫਿਰ ਗੱਲ ਆ ਜਾਂਦੀ ਹੈ ਕਿ ਆਰਟ ਤੋਂ ਅਰਸਤੂ ਸਮਝਦਾ ਕੀ ਹੈ? ਉਹ ਕਹਿੰਦਾ ਕਿ ਆਰਟ ਦੁਨੀਆ ਦੇ ਵਿੱਚ ਐਸੀ ਚੀਜ਼ ਲੈ ਕੇ ਆਉਣ ਦਾ ਨਾਮ ਹੈ ਜਿਹੜੀ ਪਹਿਲੇ ਨਹੀਂ ਸੀ। ਦੂਸਰੀ ਗੱਲ, ਆਰਟ ਦੀ ਖੂਬਸੂਰਤੀ ਇਹ ਹੈ ਕਿ ਨੇਚਰ ਦੇ ਵਿੱਚ ਚੀਜ਼ ਕਿੱਦਾਂ ਦੀ ਹੋਏਗੀ ਉਹਦਾ ਬੀਜ ਉਹਦੇ ਆਪਣੇ ਅੰਦਰ ਹੁੰਦਾ ਹੈ। ਕਲਾ ਦੇ ਵਿੱਚ ਇਦਾਂ ਨਹੀਂ ਹੁੰਦਾ। ਪੱਥਰ ਨੇ ਪੱਥਰ ਹੀ ਰਹਿਣਾ ਜਦੋਂ ਤੱਕ ਉਹਨੂੰ ਕੋਈ ਤਰਾਸ਼ ਕੇ ਉਹਦੀ ਮੂਰਤੀ ਨਹੀਂ ਬਣਾਉਂਦਾ।
ਪਰ ਬੀ ਨੇ ਦਰਖਤ ਬਣ ਜਾਣਾ ਹੈ। ਨੇਚਰ ਦੇ ਆਰਟ ਦਾ ਫਰਕ ਕਰਦਾ ਹੈ। ਇਸ ਤੋਂ ਇਲਾਵਾ ਮੈਨੂੰ ਜਿਹੜੀਆਂ ਸੋਹਣੀਆਂ ਚੀਜ਼ਾਂ ਲੱਗਦੀਆਂ, ਔਰ ਇਸ ਕਰਕੇ ਲੱਗਦਾ ਕਿ ਅਰਸਤੂ ਨੂੰ ਅਜੇ ਬਹੁਤ ਹੋਰ ਵੀ ਪੜ੍ਹਨ ਦੀ ਲੋੜ ਹੈ। 1-2 ਕਿਤਾਬਾਂ ਉਹਦੀਆਂ ਵੱਡੀਆਂ ਪੜ੍ਹਨ ਵਾਲੀਆਂ ਰਹਿੰਦੀਆਂ ਅਜੇ, ਜਿਹੜੀਆਂ ਮੈਂ ਦੁਬਾਰਾ ਪੜ੍ਹਾਂਗਾ। ਮੈਟਾਫਿਜ਼ਿਕਸ ਮੈਂ ਕਈ ਵਾਰੀ ਪੜ੍ਹੀ, ਲੇਕਿਨ ਕਈ ਕੁਝ ਫਿਰ ਵੀ ਸਮਝ ਨਹੀਂ ਆਉਂਦਾ, ਕਿਉਂਕਿ ਉਹੀ ਗੱਲ ਹੈ ਕਿ ਉਸਨੇ ਦ ਫਲੀਟਿੰਗ ਗਲਿੰਪਸਿਸ ਦੇਤੇ, ਬਾਕੀ ਤੁਹਾਨੂੰ ਆਪ ਕੱਢਣਾ ਪੈਣਾ ਉਹਦੇ ਚੋਂ। ਫਿਰ ਜਿਹੜੀ ਪੋਇਟਰੀ ਦਾ ਉਸ ਦਾ ਮਹਿਣਾ ਹੈ, ਪੋਇਸਿਸ ਜਿਹਦੇ ਲਈ ਉਹ ਯੂਜ਼ ਕਰਦਾ ਹੈ, ਉਹਦੇ ਲਈ ਵਰਡ ਮੇਕਿੰਗ ਹੈ, ਜਿਵੇਂ ਪਹਿਲੇ ਬਣਾਉਣਾ ਹੈ, ਉਹ ਬਣਾਉਣੇ ਦੇ ਲਈ ਉਹਦਾ ਮਾਡਲ ਬਿਲਕੁਲ ਮਿਸਤਰੀ ਜਾਂ ਕਾਰਪੈਂਟਰ ਦਾ ਹੈ। ਉਹ ਕਵੀ ਨੂੰ ਰੱਬ ਦੀ ਆਵਾਜ਼ ਜਾਂ ਰੋਮਾਂਟਿਕ ਆਈਡੀਆ ਦੀ ਤਰ੍ਹਾਂ ਨਹੀਂ ਦੇਖਦਾ ਕਿ ਪ੍ਰੇਰਣਾ ਹੁੰਦੀ ਤੇ ਕੋਈ ਲਿਖ ਦਿੰਦਾ ਨਾ। ਉਹ ਕਹਿੰਦਾ ਕਿ ਲੇਬਰ ਹੈ, ਤੁਹਾਨੂੰ ਦੇਖਣਾ ਸਿੱਖਣਾ ਪਏਗਾ, ਲਫ਼ਜ਼ਾਂ ਨੂੰ ਤਰਾਸ਼ਣਾ ਸਿੱਖਣਾ ਪਏਗਾ, ਹੱਥ ਲਾ ਕੇ ਲਫ਼ਜ਼ ਪਛਾਣਨੇ ਪੈਣਗੇ ਉਹ ਕਿੱਦਾਂ ਦੇ। ਫਿਰ ਦੇਖੋ, ਜਦੋਂ ਗੱਲ ਕਰਦਾ ਹੈ, ਅਸੀਂ ਕਹਿੰਦੇ ਹਾਂ ਕਿ ਕੰਪਲੀਟ, ਇਟਸ ਐਨ ਐਕਸ਼ਨ ਕੰਪਲੀਟ ਇਨ ਇਟਸੈਲਫ। ਬਾਅਦ ਚੋਂ ਡਿਸਟਿੰਕਸ਼ਨ ਕਰਦਾ ਹੈ ਕਿ ਕੋਈ ਚੀਜ਼ ਕੰਪਲੀਟ ਹੋ ਸਕਦੀ ਹੈ, ਪਰ ਹੋ ਸਕਦਾ ਕਿ ਹੋਲ ਨਾ ਹੋਵੇ। ਤੁਹਾਡੇ ਹੱਥ ਵਿੱਚ 5 ਉਂਗਲੀਆਂ ਹੋਣ, ਪਰ ਫਿਰ ਵੀ ਹੱਥ ਸੋਹਣਾ ਨਾ ਹੋਏ, ਫਿਰ ਕੀ ਕਰੋਗੇ? ਸਾਰੇ ਐਲੀਮੈਂਟ ਚੁੱਕ ਕੇ ਪਾ ਲਓ, ਲੇਕਿਨ ਕਵਿਤਾ ਫਿਰ ਵੀ ਨਹੀਂ ਬਣਦੀ। ਹੁਣ ਇੰਨੀ ਬਾਰੀਕੀ ਨਾਲ ਦੇਖਣ ਵਾਲਾ ਆਦਮੀ ਆਪ ਇੱਕ ਕਲਾਕਾਰ ਹੈ, ਔਰ ਆਪ ਇੱਕ ਦਾਰਸ਼ਨਿਕ ਹੈ, ਔਰ ਆਪ ਇੱਕ ਵਿਗਿਆਨਿਕ ਵੀ ਹੈ। ਵਿਗਿਆਨਿਕ ਵਾਲਾ ਉਹਦੇ 'ਚ ਪ੍ਰੀਸੀਜਨ ਹੈ। ਜਿੱਥੋਂ ਮੈਂ ਸ਼ੁਰੂ ਹੀ ਕਰਦਾ ਇਹਦੇ 'ਚ ਹੈ ਕਿ ਸਭ ਤੋਂ ਪਹਿਲੇ ਸਿੱਖਣ ਵਾਲਾ ਤੇ ਆਖਰੀ ਕੰਮ ਸਿੱਖਣ ਵਾਲਾ ਅਰਸਤੂ ਤੋਂ ਇਹ ਹੈ ਕਿ ਉਹਦਾ ਕੰਮ ਕਰਨ ਦਾ ਤਰੀਕਾ ਕੀ ਹੈ। ਜਿਹੜਾ ਕੰਮ ਉਹਨੇ ਆਪ ਕਰਨਾ ਉਹ ਆਪ ਕਰਦਾ ਹੈ, ਨਹੀਂ ਤਾਂ ਉਹਨੇ ਸਿਕੰਦਰ ਤੋਂ ਪੈਨਸ਼ਨ ਲਵਾ ਕੇ ਤੇ 400 ਬੰਦੇ ਰੱਖੇ ਹੋਏ ਆ, ਜਿਹੜੇ ਡੱਡੂ ਫੜਦੇ, ਮੱਛੀਆਂ ਫੜਦੇ, ਕੱਟਦੇ ਵੱਢਦੇ, ਡਾਇਆਗ੍ਰਾਮ ਤਿਆਰ ਕਰਦੇ, ਉਹਨੂੰ ਸਮਰੀਆਂ ਬਣਾ ਕੇ ਦੇਣ ਦੇ, ਬਾਈ ਆਪਾਂ ਇਹ ਲੱਭਿਆ ਸਿੱਟੇ। ਅਰਸਤੂ ਦਾ ਆਪਣਾ ਕੰਮ ਹੈ। ਉਹ ਡੱਡੂ ਫੜਨ ਥੋੜੀ ਜਾਓ, ਕੋਲ ਟਾਈਮ ਹੈ, ਉਹ ਤਾਂ ਮਰ ਜਾਣਾ ਹੈ, ਜ਼ਿੰਦਗੀ ਤਾਂ ਥੋੜੀ ਜਿਹੀ ਹੈ। ਜਦੋਂ ਉਹ ਡੈਫੀਨੇਸ਼ਨ ਤੇ ਆਉਂਦਾ ਹੈ ਤਾਂ 2 ਸੈਂਟੈਂਸਿਸ ਦੇ ਵਿੱਚ ਉਹ ਸਾਰੀ ਦੀ ਸਾਰੀ ਆਪਣੀ ਕੰਮ ਦਾ ਪ੍ਰੋਜੈਕਟ ਪੂਰਾ ਕਰ ਦਿੰਦਾ। ਇੱਕ ਲੰਬਾ ਸੈਂਟੈਂਸ, ਉਸ ਤੋਂ ਬਾਅਦ ਇੱਕ ਛੋਟਾ ਸੈਂਟੈਂਸ। ਤੁਸੀਂ ਦੇਖੋ ਤਾਂ ਸਹੀ ਕੰਮ ਕਿੱਦਾਂ ਕੀਤਾ ਜਾਂਦਾ। ਲੈਂਗੁਏਜ ਨੂੰ ਮਾਸਟਰਫੁਲੀ ਕਮਾਂਡ ਕਰਕੇ ਆਪਣੀ ਗੱਲ ਨੂੰ ਕਲੀਅਰਲੀ ਕਹਿਣਾ ਕਿਵੇਂ। ਦੂਸਰੇ ਜਿਹੜੀ ਟਰਮਸ ਦੀ ਗੱਲ ਹੈ ਨਾ, ਟਰਮਸ ਨੂੰ ਦੇਖੋ, ਮੈਂ ਤਾਂ ਇਸ ਤਰ੍ਹਾਂ ਸਮਝਦਾ ਕਿ ਟਰਮਸ ਦੇ ਉਹ ਮਾਇਨੇ ਨਹੀਂ ਹੈ ਜਿਹੜੇ ਅਸੀਂ ਅੱਜ ਲੈਂਦੇ ਪਏ। ਜਿਵੇਂ ਇੰਸਟਰੂਮੈਂਟਲ ਮਿਊਜ਼ਿਕ ਅਰਸਤੂ ਲਈ ਅੱਜ ਵੀ ਕਵਿਤਾ ਹੈ, ਸਾਡੇ ਲਈ ਨਹੀਂ ਹੈ। ਫਿਰ ਅਸੀਂ ਇੱਕ ਪੜ੍ਹਦੇ ਹਾਂ, ਜਦੋਂ ਉਹ ਪਲਾਟ ਦੀ ਇੰਪੋਰਟੈਂਸ ਦੀ ਗੱਲ ਕਰਦਾ, ਉਹ ਕਹਿੰਦਾ ਟ੍ਰਾਂਸਲੇਸ਼ਨ 'ਚ ਆਮ ਤੌਰ ਤੇ ਆਉਂਦਾ ਕਿ ਪਲਾਟ ਇਜ਼ ਦਾ ਸੋਲ ਆਫ ਟ੍ਰੈਜਡੀ। ਹੁਣ ਸੋਲਸ, ਕਿਉਂਕਿ ਅਸੀਂ ਨਿਕਲੇ ਹੋਏ ਹਾਂ ਕ੍ਰਿਸਚੈਨਿਟੀ, ਇਸਲਾਮ, ਹਿੰਦੂਇਜ਼ਮ, ਸਿੱਖੀਜ਼ਮ ਦੇ ਵਿੱਚੋਂ ਦੀ, ਉਹ ਸਾਰੇ ਪਰਛਾਵੇਂ ਸਾਡੇ ਤੇ ਪੈਂਦੇ ਪਏ। ਕਈ ਅਸੀਂ ਸਾਰੇ ਪਰਛਾਵੇਂ ਕੈਂਸਲ ਕਰਕੇ ਪਿੱਛੇ ਜਾ ਸਕਦੇ। ਅਰਸਤੂ ਦੇ ਲਈ ਸੋਲ ਕੀ ਹੈ? ਮੈਂ ਉਦਾਹਰਣ ਦਿਆਂਗਾ ਘੜੀ ਦੀ, ਕਿ ਜਦੋਂ ਕਿਸੇ ਘੜੀ ਦੇ ਸਾਰੇ ਪੁਰਜ਼ੇ ਠੀਕ ਤਰ੍ਹਾਂ ਫਿੱਟ ਹੋ ਜਾਂਦੇ ਹੈ ਤਾਂ ਉਹ ਟਿਕ 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 ਸ਼ੁਰੂ ਹੋ ਜਾਂਦੀ। ਜਦੋਂ ਕਿਸੇ ਟੈਕਸਟ ਦੇ ਸਾਰੇ ਅੰਗ ਆਪਸ ਸਹੀ ਤੌਰ ਤਰੀਕੇ ਨਾਲ ਰੱਖ ਦਿੱਤੇ ਜਾਂਦੇ ਹੈ ਤਾਂ ਉਹਦੇ 'ਚ ਸੋਲ ਪੈਦਾ ਹੁੰਦੀ ਹੈ। ਸੋਲ ਕੋਈ ਆਤਮਾ ਨਹੀਂ ਆਗੇ ਵੜ ਜਾਂਦੀ। It is the organicity of a text. When all the parts click together and the text begins to function successfully, it has a soul. ਬਸ ਉਹ ਕੋਈ ਨਹੀਂ ਉਮੀਦ ਕਰਦਾ ਕਿ ਆਤਮਾ ਨੂੰ ਪਰ ਲੱਗੇ ਹੁੰਦੇ ਆ, ਮਰਨ ਤੋਂ ਬਾਅਦ ਬੋਡੀ ਉੱਡ ਕੇ ਜਾਂਦੀ ਹੈ, ਕੁਝ ਬਕਵਾਸ ਨਾਲ ਉਹਦਾ ਲੈਣਾ ਦੇਣਾ ਨਹੀਂ। ਇਸ ਲਈ ਉਹ ਸਾਇੰਸ ਦਾ ਸੂਤਰਧਾਰ ਹੈ। ਇਸ ਲਈ ਉਹ ਆਪਣੇ ਗੁਰੂ ਤੋਂ ਅਲੱਗ ਹੋ ਜਾਂਦਾ ਕਿ ਪਲੇਟੋ ਤੋਂ ਹੋਰ ਗੱਲਾਂ ਕਰਦਾ ਸੀ, ਉਹ ਨਹੀਂ। ਉਸ ਦੀ ਖੂਬਸੂਰਤੀ ਇਹ ਹੈ ਕਿ ਉਸ ਨੇ ਪੋਇਟਰੀ ਨੂੰ ਡੀਮਿਸਟੀਫਾਈ ਕੀਤਾ। ਪੋਇਟਰੀ ਬਿਲਕੁਲ ਓਨਾ ਹੀ ਔਖਾ, ਓਨਾ ਹੀ ਸੌਖਾ, ਓਨਾ ਹੀ ਜ਼ਮੀਨੀ ਕੰਮ ਹੈ ਜਿੰਨਾ ਇੱਕ ਮੇਜ਼ ਜਾਂ ਕੁਰਸੀ ਬਣਾਉਣਾ ਹੈ। ਉਹਦੇ ਲਈ ਵੀ ਤੁਹਾਨੂੰ ਲੱਕੜ ਦੀ ਪਛਾਣ ਕਰਨੀ ਪੈਂਦੀ ਹੈ, ਇੱਥੇ ਲਫ਼ਜ਼ ਚੁਣਨੇ ਪੈਣੇ। ਸਾਡੀ ਕੀ ਸਮੱਸਿਆ ਹੈ ਕਿ ਅਸੀਂ, ਜਿਸ ਤਰ੍ਹਾਂ ਮੈਂ ਕਿਹਾ ਨਾ, ਪਰਛਾਵੇਂ ਤੋਂ ਮੁਕਤ ਨਹੀਂ ਹੁੰਦੇ। ਅਸੀਂ ਰੋਮੈਂਟਿਸਿਜ਼ਮ ਦੇ ਥਰੂ ਹੀ ਪੋਇਟਿਕਸ ਨੂੰ ਪੜ੍ਹਨ ਲੱਗ ਪੈਂਦੇ ਹਾਂ। ਅਸੀਂ ਪੋਇਟਿਕਸ ਦੇ ਵਿੱਚ ਕੰਪਲੀਟ ਟੈਕਸਟ ਪਾਲਦੇ ਹਾਂ। ਅਰਸਤੂ ਕਹਿੰਦਾ ਜੇ ਪੜ੍ਹਨਾ ਹੈ ਤਾਂ ਤੁਰ, ਮੇਰੀਆਂ ਬਾਕੀ ਕਿਤਾਬਾਂ ਦੇਖ ਲੈ। ਔਰ ਇੰਨਾ ਵੀ ਹੌਸਲਾ ਰੱਖ ਕੇ ਸਾਰੀਆਂ ਗੱਲਾਂ ਮੁੱਕਦੀਆਂ ਨਹੀਂ ਹੁੰਦੀਆਂ। ਔਰ ਇਸੇ ਕਰਕੇ ਜਦੋਂ ਡੈਫੀਨੇਸ਼ਨ ਦਿੰਦਾ ਹੈ ਤਾਂ ਉਹ ਸਾਰੀਆਂ ਗੱਲਾਂ ਗਿਣਾ ਕੇ ਕਹਿੰਦਾ ਤੇ ਅਸੀਂ ਹੋਰ ਵੀ ਜੋ ਕੁਝ ਕੰਮ ਦਾ ਹੋ ਸਕਦਾ ਉਹਦੀ ਵੀ ਗੱਲ ਕਰਾਂਗੇ, ਕਿਉਂਕਿ ਅਜੇ ਤੈਅ ਨਹੀਂ ਹੈ ਕਿ ਹੋਰ ਕੀ ਕੀ ਕੰਮ ਦਾ ਹੋ ਸਕਦਾ। ਔਰ ਅਚਾਨਕ ਆ ਕੇ ਉਹਦੀ ਟੈਕਸਟ ਬੰਦ ਹੋ ਜਾਂਦੀ। ਕਿਉਂ? ਕਿਉਂਕਿ ਉਹਦੀ ਗੱਲ ਮੁੱਕੀ ਨਹੀਂ ਹੈ, ਮੁੱਕਣੀ ਵੀ ਨਹੀਂ ਹੈ। ਸੋ ਪੋਇਟਿਕਸ ਦੀ ਖੂਬਸੂਰਤੀ ਇਹ ਹੈ, ਇੱਕ ਅਧੂਰੀ ਟੈਕਸਟ ਹੈ ਔਰ ਇਹ ਇੱਕ ਮਾਡਰਨ ਟੈਕਸਟ ਹੈ, ਇੱਕ ਸਾਇੰਟੀਫਿਕ ਰੈਸ਼ਨਲ ਟੈਕਸਟ ਹੈ। ਔਰ ਲਿਟਰੇਚਰ ਦੇ ਇਰਦ ਗਿਰਦ ਜਿਹੜਾ ਜਾਦੂ ਮੁੜ ਦਿੱਤਾ ਗਿਆ ਹੈ ਨਾ,
ਮੈਂ ਬਾਰ-ਬਾਰ ਸਟੇਜਾਂ ਤੋਂ ਦੇਖਦਾ ਕਿ ਜਦੋਂ ਲੇਖਕ ਆ ਕੇ ਗੱਲ ਕਰਦੇ ਆ ਤਾਂ ਐਵੇਂ ਕਰਦੇ ਜੀ ਕਿ ਬੰਦੇ ਦਾ ਮਨੁੱਖ ਟੁਕੜੇ 'ਚ ਵੰਡਿਆ ਹੋਇਆ ਹੈ, ਅੱਜ ਆਹ ਹੋ ਗਿਆ, ਆਹ ਹੋ ਗਿਆ। ਉਦਾਹਰਨਾਂ ਦੇ ਕੇ ਗੱਲ ਕਰੋ ਨਾ, ਮੈਂ ਇਹ ਕਹਾਣੀ ਕਿੱਦਾਂ ਲਿਖੀ ਹੈ। ਦੇਖੋ, ਅਸੀਂ ਰਾਈਟਿੰਗ ਪ੍ਰੋਗਰਾਮ ਨੂੰ ਜਿੰਨੇ ਮਰਜ਼ੀ ਮਾੜੇ ਕਹੀਏ, ਕੀ ਯੂਨੀਵਰਸਿਟੀਆਂ ਦੇ ਵਿੱਚੋਂ ਵਧੀਆ ਲੇਖਕ ਪੈਦਾ ਹੁੰਦੇ ਆ? ਕਿਉਂ ਨਹੀਂ ਹੁੰਦੇ ਪਏ? ਅਰਸਤੂ ਇਹੀ ਤਾਂ ਕੰਮ ਕਰਦਾ ਪਿਆ ਕਿ ਤੁਹਾਨੂੰ ਉਹਨੇ ਲਿਖਣਾ ਸਿਖਾਉਣਾ, ਕਿੱਦਾਂ ਲਿਖਣਾ ਹੈ, ਨਾਟਕ ਕਿਵੇਂ ਬਣਾਉਣਾ ਹੈ। ਔਰ ਉਹਦੀ ਕਹਿੰਦਾ ਇੱਕ ਥਾਂ ਤੇ, ਕਹਿੰਦਾ ਜਦੋਂ ਤੁਸੀਂ ਐਕਟ ਕਰਨਾ ਹੈ ਜਾਂ ਲਿਖਣਾ ਹੈ ਤਾਂ ਤੁਸੀਂ ਆਪਣੀ ਪੂਰੀ ਬਾਡੀ ਮੋਬਿਲਾਈਜ਼ ਕਰਨੀ, ਇਮੇਜਿਨ ਕਰਨਾ ਇਹ ਨਹੀਂ ਤਾਂ ਮੈਂ ਸੋਚ ਲਿਆ ਕੀ ਹੈ। ਜਦੋਂ ਫਲੋਬੇਰ ਨੂੰ ਕਿਹਾ ਜਾਂਦਾ ਕਿ ਉਹਦੀ ਹੀਰੋਇਨ ਪ੍ਰੈਗਨੈਂਟ ਹੁੰਦੀ ਹੈ, ਕਹਿੰਦਾ ਕਿ ਮੈਨੂੰ ਉਲਟੀਆਂ ਲੱਗ ਪਈਆਂ, ਮੈਨੂੰ ਲੱਗਿਆ ਮੈਂ ਪ੍ਰੈਗਨੈਂਟ ਹੋ ਗਿਆ। ਆਦਮੀ ਪ੍ਰੈਗਨੈਂਸੀ ਐਕਸਪੀਰੀਅੰਸ ਕਰਦਾ ਹੈ, ਫਿਰ ਲਿਖਿਆ ਜਾਂਦਾ ਹੈ। ਇੱਕ ਮਿਥ ਬਣੀ ਹੋਈ ਹੈ ਕਿ ਫਟਾਫਟ ਕਹਾਣੀਆਂ ਲਿਖੀਆਂ ਜਾਂਦੀਆਂ। ਲਿਖਦੇ ਆ, ਅੰਗਰੇਜ਼ੀ ਦੇ ਵੀ ਨਾਵਲ ਹੈਗੇ ਆ, ਬਹੁਤ ਬਹੁਤ ਵਧੀਆ ਲਿਖਦੇ ਆ, 2 ਦਿਨ 'ਚ ਨਾਵਲ ਲਿਖਣ ਵਾਲੇ ਬੈਠੇ ਆ, ਚੰਗੇ ਨਾਵਲ ਲਿਖਦੇ ਆ। ਪਰ ਰਿਲਕੇ ਵਰਗੇ ਬੰਦੇ ਵੀ ਜਿਹੜੇ 3 ਸਾਲ ਇੱਕ ਲਾਈਨ ਲਿਖਣ ਦਾ ਇੰਤਜ਼ਾਰ ਕਰਦੇ ਆ, ਉਹ ਵੀ ਨਾਵਲਿਸਟ ਆ ਜਿਹੜੇ 20-20 ਸਾਲ ਚੁੱਪ ਕਰਕੇ ਬੈਠੇ ਰਹਿੰਦੇ, ਵਾਰੀ ਆਏਗੀ ਤਾਂ ਲਿਖਾਂਗੇ, ਅਜੇ ਕਿਤਾਬ ਅੰਦਰ ਪੱਕੀ ਨਹੀਂ ਹੈ। ਅਰਸਤੂ ਉਹਦਾ ਜ਼ਿਕਰ ਕਰ ਰਿਹਾ। ਜਿਸ ਤਰ੍ਹਾਂ ਆਪਾਂ ਸ਼ੁਰੂ 'ਚ ਹੀ ਗੱਲ ਕੀਤੀ ਸੀਗੀ ਕਿ ਜਦੋਂ ਜਾਂਦੇ ਆ ਬਾਹਰ ਤਾਂ ਸਟੂਡੈਂਟ ਮਿਲਦੇ ਨੇ ਜਾਂ ਲੋਕ ਮਿਲਦੇ ਨੇ ਤਾਂ ਉਹ ਕਹਿੰਦੇ ਨੇ ਕਿ ਕੁਝ ਕੰਮ ਜਿਵੇਂ ਲਾਇਬ੍ਰੇਰੀ ਨੂੰ ਖੁਲਵਾਉਣਾ ਹੋਵੇ, ਵੀ ਕੁਝ ਕੰਮ ਜਿਹੜੇ ਪੰਜਾਬੀ ਯੂਨੀਵਰਸਿਟੀ ਦੇ ਸਟੂਡੈਂਟ ਹੀ ਕਰ ਸਕਦੇ ਨੇ, ਅਸੀਂ ਨਹੀਂ ਕਰ ਸਕਦੇ। ਤੇ ਆਪਾਂ ਗੱਲ ਕੀਤੀ ਸੀਗੀ ਕਿ ਅਰਿਸਟੋਟਲ ਤੇ ਆਪਾਂ ਗੱਲ ਕਰ ਰਹੇ ਹਾਂ, ਔਰ ਸਾਡੇ 2 ਜਿਹੜੇ ਅਧਿਆਪਕਾਂ ਨੇ ਅਰਿਸਟੋਟਲ ਤੇ 2 ਕਿਤਾਬਾਂ ਲਿਖੀਆਂ, ਉਹ ਅੱਜ ਡਿਬੇਟ ਡਿਸਕਸ਼ਨ ਕਰ ਰਹੇ ਨੇ। ਤਾਂ ਤੀਸਰੀ ਗੱਲ ਇਹ ਵੀ ਪੰਜਾਬੀ ਯੂਨੀਵਰਸਿਟੀ ਦੇ ਅਧਿਆਪਕ ਹੀ ਕਰ ਸਕਦੇ ਸੀ। ਔਰ ਜਿਸ ਤਰ੍ਹਾਂ ਇੱਕ ਮੇਲੇ ਦੇ ਵਿੱਚ ਕੋਈ ਕਵਿਤਾ ਪੜ੍ਹੀ ਜਾ ਸਕਦੀ ਹੈ, ਗਾਣੇ ਪੜ੍ਹੇ ਜਾ ਸਕਦੇ ਨੇ, ਜਾਂ ਕੋਈ ਹੋਰ ਇਸ ਤਰ੍ਹਾਂ ਦੀ ਕੋਈ ਜਿਹੜੀ ਸ਼ਾਰਟ ਸਟੋਰੀ ਦਾ ਪਾਠ ਹੋ ਸਕਦਾ ਹੈ, ਪਰ ਇੱਕ ਲਿਟਰੇਰੀ ਥਿਊਰੀ ਤੇ ਜਾਂ ਅਰਿਸਟੋਟਲ ਤੇ ਗੱਲ ਹੋਣੀ, ਮੈਨੂੰ ਲੱਗਦਾ ਇਹ ਵੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਹੜੇ ਵਿੱਚ ਹੀ ਹੋ ਸਕਦਾ ਹੈ ਔਰ ਪੁਸਤਕ ਮੇਲੇ ਵਿੱਚ ਹੀ ਹੋ ਸਕਦਾ ਹੈ। ਮੈਂ ਪ੍ਰੋਫੈਸਰ ਰਾਜੇਸ਼ ਤੋਂ ਤੇ ਅਸੀਂ ਸਾਰੀ ਆਡੀਅנס ਜਿਹੜੇ ਬੈਠੇ ਨੇ ਉਹਨਾਂ ਤੋਂ ਵੀ ਸਵਾਲ ਲਵਾਂਗੇ, ਤੁਸੀਂ ਆਪਣੇ ਰੇਜ਼ ਕਰ ਸਕਦੇ ਹੋ ਜਿਸ ਨੇ ਵੀ ਕੋਈ ਸਵਾਲ ਪੁੱਛਣੇ ਹੋਣ। ਹਾਂ, ਕਿਸ ਨੇ ਕੋਈ ਕਮੈਂਟ ਕਰਨਾ ਹੋਵੇ, ਕਿਸੇ ਨੇ ਕੋਈ ਕਿਤਾਬ ਦੇ ਬਾਰੇ ਹੋਰ ਜਾਣਕਾਰੀ ਲੈਣੀ ਹੋਵੇ, ਆਪਾਂ ਗੱਲ ਕਰਾਂਗੇ। ਪਰ ਉਸ ਤੋਂ ਪਹਿਲਾਂ ਮੈਂ ਪ੍ਰੋਫੈਸਰ ਰਾਜੇਸ਼ ਨੂੰ ਇੱਕ ਸਵਾਲ ਪੁੱਛਣਾ ਚਾਹਣਾ ਕਿ ਇਸ ਕਿਤਾਬ ਦਾ ਜਿਹੜਾ ਫਾਰਮੈਟ ਹੈ ਉਹ ਬਾਕੀ ਜਿਹੜੀਆਂ ਫਿਲਾਸਫੀ ਦੀਆਂ ਜਾਂ ਲਿਟਰੇਰੀ ਥਿਊਰੀ ਦੀਆਂ ਜਿਹੜੀਆਂ ਕਿਤਾਬਾਂ ਨੇ ਉਹ ਤੋਂ ਬਹੁਤ ਹਟ ਕੇ ਹੈ। ਇਹਦੇ ਵਿੱਚ 37 ਛੋਟੇ ਛੋਟੇ ਚੈਪਟਰ ਨੇ, 2 ਪੇਜ ਦੇ, 3 ਪੇਜ ਦੇ, 4 ਪੇਜ ਦੇ। ਔਰ ਜਦੋਂ ਅਰਿਸਟੋਟਲ ਦੀ ਪੋਇਟਿਕਸ ਪੜ੍ਹਦੇ ਆ ਤਾਂ ਉਹ ਮਤਲਬ ਬਿਲਕੁਲ ਇਸ ਕਿਤਾਬ 'ਚ ਉਹ ਰਿਜ਼ੈਂਬਲੈਂਸ ਪੈਂਦਾ, ਉੱਥੇ ਵੀ ਕੋਈ 2 ਪੇਜ ਦਾ ਹੈ, ਕੋਈ 3 ਪੇਜ ਦਾ ਚੈਪਟਰ ਹੈ। ਤਾਂ ਇਹ ਸਰ ਤੁਹਾਨੂੰ ਆਈਡੀਆ ਜਿਹੜੀ ਜਾਂ ਤੁਹਾਡੀ ਪਹਿਲਾਂ ਵੀ ਜਿਹੜੀ ਕਿਤਾਬ ਸੀਗੀ ਇਨਡਿਸਿਪਲਿਨ ਵਾਲੀ, ਉਹ 'ਚ ਵੀ ਕੁਝ ਜਿਹੜੇ ਆਰਟੀਕਲ ਬਹੁਤ ਲੰਬੇ ਸੀ, ਲੇਕਿਨ ਕੁਝ ਆਰਟੀਕਲ ਸੀ ਉਹ ਬਹੁਤ ਛੋਟੇ ਸੀ। ਜਿਵੇਂ ਜਿਸ ਤਰ੍ਹਾਂ ਤੁਸੀਂ ਉਹ ਰੈਸਿਪੀਫਿਕੇਸ਼ਨ ਦਾ ਇੱਕ ਕਨਸੈਪਟ ਦਿੱਤਾ ਸੀ ਕਿ ਜਿਹੜੇ ਡਾਇਸਪੋਰਿਕ ਇੰਡੀਅਨ ਰਾਈਟਰ ਨੇ ਸਪੈਸ਼ਲੀ ਇਨ ਇੰਗਲਿਸ਼, ਉਹ ਰੈਸਿਪੀਫਿਕੇਸ਼ਨ ਹੈ ਉਸਦਾ, ਲੇਕਿਨ ਉਹ ਬਹੁਤ ਜ਼ਿਆਦਾ ਐਕਸਪਲੇਨ ਨਹੀਂ। ਜਿਵੇਂ ਇੱਥੇ ਵੀ ਤੁਹਾਨੂੰ ਇਮੀਟੇਸ਼ਨ ਬਾਰੇ ਤੁਸੀਂ ਗੱਲ ਕਰਦੇ ਕਰਦੇ ਸੰਖਿਆ ਤੰਤਰਾ ਦੀ ਗੱਲ ਕੀਤੀ, ਲੇਕਿਨ ਉਹ ਬਹੁਤ ਜ਼ਿਆਦਾ ਐਕਸਪਲੇਨ ਨਹੀਂ ਕੀਤਾ। ਜਿਵੇਂ ਲੱਗਦਾ ਕਿ ਜਿਵੇਂ ਹਰੇਕ ਚੈਪਟਰ ਲਈ ਤੁਸੀਂ ਕਹਿ ਰਹੇ ਹੋ ਕਿ ਇਸ ਤੇ ਇੱਕ ਪੂਰੀ ਕਿਤਾਬ ਅੱਗੇ ਲਿਖਣੀ ਚਾਹੀਦੀ ਹੈ, ਕੁਝ ਇੱਕ ਇਸ਼ਾਰੇ ਕਰ ਰਹੇ ਲੱਗਦੇ ਹੋ। ਇਹ ਤੁਸੀਂ ਇਸ ਤਰ੍ਹਾਂ ਦਾ ਫਾਰਮੈਟ, ਤੁਹਾਡਾ ਆਈਡੀਆ ਕਿਵੇਂ ਆਇਆ ਤੁਹਾਨੂੰ? ਸੱਚੀ ਦੱਸਾਂ ਤਾਂ ਕਈ ਸਾਲਾਂ ਤੋਂ ਇਹ ਤਪੱਸਿਆ ਹੀ ਹੈ ਕਿ ਤੁਸੀਂ ਘੱਟ ਤੋਂ ਘੱਟ ਲਫ਼ਜ਼ਾਂ 'ਚ ਵੱਧ ਤੋਂ ਵੱਧ ਗੱਲ ਕਿਵੇਂ ਕਹਿਣੀ ਹੈ। ਔਰ ਇਸ ਦਾ ਕਾਰਨ ਇਹ ਹੈ ਕਿ ਮੈਨੂੰ ਲੱਗਦਾ ਕਿ ਪਾਠਕ ਦੀ ਇੱਜ਼ਤ ਕਰਨੀ ਚਾਹੀਦੀ ਹੈ। ਜੇ ਅਸੀਂ ਸੋਚਦੇ ਹਾਂ ਕਿ ਪਾਠਕ ਇੰਨਾ ਨਲਾਇਕ ਹੈ ਕਿ ਉਹਨੂੰ ਮੈਂ ਸਮਝਾਈ ਹੋ ਜਾਣਾ ਤੇ ਇਹਨੂੰ ਫਿਰ ਵੀ ਨਹੀਂ ਸਮਝਣਾ, ਤਾਂ ਮੈਂ ਜਿਹੜੀ ਗੱਲ 2 ਲਾਈਨਾਂ 'ਚ ਲਿਖੀ ਜਾ ਸਕਦੀ ਉਹ ਤੇ 200 ਪੇਜ ਵੀ ਲਿਖ ਦਊਂਗਾ, ਫਿਰ ਮੈਂ 200 ਹੋਰ ਵੀ ਲਿਖ ਦਊਂਗਾ। ਲੇਕਿਨ ਸਭ ਤੋਂ ਵੱਡਾ ਚੈਲੰਜ ਇਹ ਸੀ ਕਿ ਸੌਖੀ ਤੋਂ ਸੌਖੀ ਭਾਸ਼ਾ 'ਚ ਕੰਪਲੈਕਸ ਤੋਂ ਕੰਪਲੈਕਸ ਆਈਡੀਆ ਨੂੰ ਔਰ ਡਿਫਰੈਂਟ ਕਲਚਰਲ ਕੰਟੈਕਸਟ ਨੂੰ, ਡਿਫਰੈਂਟ ਹਿਸਟੋਰੀਕਲ ਟੈਂਪੋਰਲ ਕੰਟੈਕਸਟ ਨੂੰ ਕਨੈਕਟ ਵੀ ਕਰਨਾ ਹੈ, ਲੇਕਿਨ ਰਿਡਿਊਸ ਵੀ ਨਹੀਂ ਕਰਨਾ। ਇਹ ਨਹੀਂ ਕਹਿਣਾ ਵੀ ਅਰਸਤੂ ਕੁਛ ਨਹੀਂ, ਉਹਨੇ ਭਾਰਤੀ ਸ਼ਾਸਤਰ ਦੀ ਨਕਲ ਮਾਰੀ ਹੋਈ ਹੈ। ਇੱਦਾਂ ਦੀ ਵਾਹੀਆਤ ਗੱਲਾਂ ਵੀ ਲੋਕ ਕਰਦੇ, ਪਰ ਉਹ ਮੈਂ ਨਹੀਂ ਕਰਨੀ ਚਾਹੁੰਦਾ ਕਿਉਂਕਿ ਉਹ ਗੱਲ ਹੀ ਗਲਤ ਹੈ। ਹੋ ਸਕਦਾ ਕਿ ਕੋਈ ਤੁਹਾਡੇ ਕਨੈਕਸ਼ਨਸ ਹੋਣ, ਕ੍ਰਾਸ ਕਲਚਰਲ ਹੋਣ। ਜੇ ਅੱਜ ਲੋਕ ਟਰੈਵਲ ਕਰਦੇ ਤਾਂ ਯੂਨਾਨੀਆਂ ਦੇ ਟਾਈਮ ਤੇ ਵੀ ਕਰਦੇ ਹੁੰਦੇ ਸੀ। ਸੋ ਆਈਡੀਆਜ਼ ਦੇ ਵਿੱਚ ਇੱਕ
ਕੋਰਸਪੋਂਡੈਂਸ ਹੁੰਦੀ ਹੈ, ਲੇਕਿਨ ਉਹਨੂੰ ਰਿਡਿਊਸ ਨਹੀਂ ਕਰਨਾ। ਫਿਰ ਇੱਕ ਗੱਲ ਸੀ ਕਿ ਮੈਂ ਜਦੋਂ ਵਿਦਿਆਰਥੀਆਂ ਲਈ ਇਹ ਕਿਤਾਬ ਲਿਖਣੀ ਸ਼ੁਰੂ ਕੀਤੀ ਤਾਂ ਇੱਕ ਚੈਲੰਜ ਇਹ ਸੀ ਕਿ ਵਿਦਿਆਰਥੀਆਂ ਦਾ ਮਤਲਬ ਕੀ ਹੈ, ਵੀ ਜਿਹੜੇ ਸੌਖੇ ਹੀ ਸਮਝਦੇ ਆ। ਫਿਰ ਮੈਂ ਉਹਨੂੰ ਕੁਆਲੀਫਾਈ ਕੀਤਾ, ਮੈਂ ਇੰਟਰੋਡਕਸ਼ਨ 'ਚ ਲਿਖਿਆ ਵੀ ਇੱਕ ਇੰਟੈਲੀਜੈਂਟ ਸਟੂਡੈਂਟ ਲਈ ਲਿਖੀ ਗਈ। ਇੰਟੈਲੀਜੈਂਟ ਉਹ ਹੈ ਜਿਹੜਾ ਆਪਣੀਆਂ ਬੁੱਧੀ ਦੀਆਂ ਅੱਖਾਂ ਨਾਲ ਪੜ੍ਹਦਾ ਤੇ ਸੋਚਦਾ ਹੋਵੇ, ਜਿਹੜਾ ਇਹ ਸੋਚ ਕੇ ਆਉਂਦਾ ਕਿ ਮੈਨੂੰ ਇਹਦੇ ਜਵਾਬ ਮਿਲ ਜਾਣੇ ਤੇ ਮੈਂ ਉਲਟੀ ਕਰਕੇ ਪੇਪਰ 'ਚ ਆ ਜਾਣਾ, ਨੰਬਰ ਲੈ ਲੈਣੇ। ਇਹ ਕਿਤਾਬ ਉਹਨਾਂ ਲਈ ਨਹੀਂ ਲਿਖੀ ਗਈ। ਇਸੇ ਕਰਕੇ ਕਿਤੇ ਕਿਤੇ ਕਿਤਾਬ ਇਦਾਂ ਦੀ ਹੋ ਜਾਂਦੀ ਹੈ ਕਿ ਜਦੋਂ ਹੁਣ ਮੈਂ ਪੜ੍ਹਦਾ ਪਿਆ ਸੀ ਤਾਂ ਮੈਨੂੰ ਵੀ ਔਖੀ ਲੱਗਦੀ ਪਈ ਸੀ ਕਿ ਆ ਮੈਂ ਕੀ ਲਿਖ ਦਿੱਤਾ, ਪਰ ਫਿਰ ਮੈਨੂੰ ਲੱਗਦਾ ਵੀ ਇਸ ਤੋਂ ਸੌਖੀ ਮੇਰੇ ਤੋਂ ਸ਼ਾਇਦ ਅਜੇ ਨਹੀਂ ਹੁੰਦੀ, ਅੱਗੋਂ ਹੋ ਜਾਏ ਤਾਂ ਮੈਨੂੰ ਪਤਾ ਨਹੀਂ। ਲੇਕਿਨ ਸਭ ਤੋਂ ਵੱਡਾ ਚੈਲੰਜ ਇਹ ਸੀ ਕਿ ਇੱਕ ਵੀ ਲਫ਼ਜ਼ ਕਿਤਾਬ ਦੇ ਵਿੱਚ ਫਾਲਤੂ ਨਹੀਂ ਹੋਣਾ ਚਾਹੀਦਾ। ਹੁਣ ਜਦੋਂ ਮੈਂ ਇਹਦੀ 0 ਕਾਪੀ ਐਡਿਟ ਕਰਦਾ ਪਿਆ ਅਗਲੀ ਐਡੀਸ਼ਨ ਦੇ ਲਈ, ਤਾਂ ਮੈਨੂੰ 2 ਕੌਮੇ ਫਾਲਤੂ ਲੱਭ ਗਏ, ਤੇ ਕੋਸ਼ਿਸ਼ ਇਹ ਕਰਨੀ ਹੈ ਕਿ ਅਗਲੀ ਵਾਰੀ ਉਹ ਵੀ ਨਾ ਹੋਵੇ। ਸੋ ਹਾਊ ਟੂ ਇਕੋਨੋਮਾਈਜ਼ ਔਨ ਲੈਂਗੁਏਜ, ਕਿਉਂਕਿ ਲੈਂਗੁਏਜ ਅਗਰ ਦੇਖੋ ਥਾਟ ਦੀ ਐਮਬੋਡੀਮੈਂਟ ਹੈ ਤਾਂ ਲੈਂਗੁਏਜ ਥਾਟ ਦੇ ਰਸਤੇ 'ਚ ਇੱਕ ਔਬਸਟਰਕਸ਼ਨ ਵੀ ਹੈ। ਜਦੋਂ ਅਸੀਂ ਲਫ਼ਜ਼ ਜ਼ਿਆਦਾ ਇਸਤੇਮਾਲ ਕਰਨ ਲੱਗ ਪੈਂਦੇ ਹਾਂ ਤਾਂ ਉਹ ਵਿਚਾਰ ਨੂੰ ਰੋਕਦੀ ਹੈ, ਉਹਦੀ ਸੰਭਾਵਨਾ ਨਹੀਂ ਖੁੱਲ੍ਹਦੀ। ਔਰ ਬਹੁਤ ਸਾਰੀ ਤੁਸੀਂ ਦੇਖਿਆ ਕਿ ਕੱਚੀ ਪੱਕੀ ਲਿਟਰੇਰੀ ਥਿਊਰੀ ਦੇ ਵਿੱਚ ਪੁਆੜਾ ਪਿਆ ਹੈ। ਹੈਬਰਮਸ ਦੀ ਅੱਜ ਸਵੇਰੇ ਗੱਲ ਹੋਈ ਸੀ, ਲਾਲਾ ਜੀ ਨੇ ਕੀਤੀ ਸੀ। ਹੈਬਰਮਸ ਦੀ ਪ੍ਰੋਜ਼ ਨੂੰ ਸਪੇਵਕ ਦੀ ਪ੍ਰੋਜ਼ ਦੀ ਤਰ੍ਹਾਂ ਦੁਨੀਆ ਦੀ ਸਭ ਤੋਂ ਵਾਹੀਆਤ ਪ੍ਰੋਜ਼ ਦੇ ਵਿੱਚ ਗਿਣਿਆ ਜਾਂਦਾ ਹੈ। ਐਸੇ ਸੈਂਟੈਂਸ ਹੈ ਜਿਹੜੇ ਹੈਬਰਮਸ ਨੂੰ ਖੁਦ ਨਹੀਂ ਪਤਾ ਹੋਣਾ ਕਿ ਮੈਂ ਕਹਿਣਾ ਕੀ ਪਿਆ, ਪਰ ਕਿਉਂ ਪ੍ਰੋਫੈਸਰ ਔਖੇ ਜਿਹੇ ਲੱਗਣੇ ਚਾਹੀਦੇ ਆ ਤਾਂ ਕਿ ਸਟੂਡੈਂਟ ਕਹਿਣ ਜੀ ਉਹ ਕਮਾਲ ਕਰ ਗਏ, ਕੀ ਪਤਾ ਨਹੀਂ ਕੁਝ ਕਹਿ ਗਏ ਸੀ ਜਿਹੜੇ ਸਾਨੂੰ ਸਮਝ ਨਹੀਂ ਆਈ। ਲਾਹਨਤ ਉਹਨਾਂ ਪ੍ਰੋਫੈਸਰਾਂ ਤੇ ਜਿਹਨਾਂ ਦੀ ਗੱਲ ਹੀ ਨਹੀਂ ਸਮਝ ਆਉਂਦੀ। ਔਖੀ ਹੋ ਸਕਦੀ ਹੈ, ਅੱਜ ਨਹੀਂ ਕੱਲ ਸਮਝ ਆ ਜਾਏਗੀ, ਅਗਲੇ ਮਹੀਨੇ ਆ ਜਾਏਗੀ, ਪਰ ਇਹ ਕਿ ਕਦੀ ਵੀ ਨਾ ਸਮਝ ਆਏ। ਮੇਰੇ ਨਾਲ ਹੋਇਆ ਐਕਚੁਅਲੀ, ਜਦੋਂ ਮੈਂ ਲਿਟਰੇਰੀ ਥਿਊਰੀ 'ਚ ਇਨੀਸ਼ੀਏਟ ਹੋਇਆ ਤਾਂ ਮੈਂ ਕਈ ਵਾਰੀ ਨਾ ਪ੍ਰੋਫੈਸਰ ਦੀ ਕਿਤਾਬਾਂ ਪੜ੍ਹਨੀਆਂ, ਫਿਰ ਆਪਣੇ ਮੱਥੇ 'ਤੇ ਹੱਥ ਮਾਰਨਾ ਕਿ ਮੈਂ ਇੰਨਾ ਨਲਾਇਕ ਕਿ ਮੈਨੂੰ ਪਹਿਲਾ ਸੈਂਟੈਂਸ ਨਹੀਂ ਸਮਝ ਆਉਂਦਾ। ਕਈ ਸਾਲ ਬਾਅਦ ਸਮਝ ਆਇਆ ਕਿ ਉਹਨੂੰ ਲਿਖਣਾ ਹੀ ਨਹੀਂ ਆਉਂਦਾ, ਮੈਨੂੰ ਪੜ੍ਹਨਾ ਠੀਕ ਆਉਂਦਾ ਸੀ। ਪ੍ਰੋਫੈਸਰ ਸਾਹਿਬ ਟ੍ਰੈਜਿਕ ਫਲॉ ਤੇ ਕੁਝ ਗੱਲ ਆਪਣੀ ਐਡ ਕਰਨਾ ਚਾਹੁੰਦੇ ਨੇ? ਜਿਹੜੀ ਟਰਮੀਨੋਲੋਜੀ ਦਾ ਮਸਲਾ ਹੈ ਨਾ, ਦੇਖੋ ਕਿ ਮੈਨੂੰ ਇਹ ਸਮਝ ਆਈ ਕਿ ਟ੍ਰੈਜਿਕ ਫਲॉ ਟ੍ਰਾਂਸਲੇਸ਼ਨ ਹੀ ਗਲਤ ਹੈ। ਹਮਾਰਸ਼ੀਆ is an error of judgment or it's a miscalculation। ਇਹਨੂੰ ਸਮਝਣ ਲਈ ਉਸ ਮੈਟਾਫਰ ਨੂੰ ਸਮਝਣਾ ਪੈਂਦਾ ਜਿਹੜਾ ਅਰਸਤੂ ਬਾਰ-ਬਾਰ ਇਸਤੇਮਾਲ ਕਰਦਾ, ਤੀਰ ਦੀ ਤਰ੍ਹਾਂ ਆਪਣੇ ਕੰਮ ਨੂੰ ਸਿੱਧਾ ਕਰਨ ਦੀ ਪ੍ਰੈਕਟਿਸ ਕਰਨਾ। ਸਾਧਨਾ ਦੇ ਵਿੱਚ, ਜ਼ਹਿਨ ਦੇ ਵਿੱਚ ਤੀਰ ਬਣਾਉਣ ਦੀ ਪ੍ਰੈਕਟਿਸ ਜ਼ਰੂਰੀ ਮੰਨੀ ਜਾਂਦੀ ਹੈ, ਕਿਉਂਕਿ ਸਿੱਧਾ ਬਣਾਉਣਾ ਤੁਸੀਂ। ਹਮਾਰਸ਼ੀਆ ਦਾ ਮਤਲਬ ਹੈ ਕਿ ਤੁਹਾਡਾ ਤੀਰ ਸਿੱਧਾ ਜਾਣਾ ਸੱਸੇ ਤੇ ਲੱਗਿਆ ਰਾਰੇ ਤੇ, ਵੱਢਣਾ ਤੁਸੀਂ ਸੇ ਸੀ ਤੇ ਮਾਰ ਦਿੱਤਾ ਬੰਦਾ। ਇਸ ਲਈ ਈਡੀਪਸ ਦੇ ਵਿੱਚ ਇਹ ਹੁੰਦਾ ਹੈ, ਇਹਨੂੰ ਟ੍ਰੈਜਿਕ ਫਲॉ ਕਹਾਂਗੇ ਤਾਂ ਉਹ ਨਹੀਂ ਹੁੰਦਾ, ਲੇਕਿਨ ਉਹ ਐਰਰ ਆਫ ਜਜਮੈਂਟ ਹੈ। ਕਿਉਂ? ਉਹ ਚਾਹੁੰਦਾ ਕਿ ਮੈਨੂੰ ਪਤਾ ਲੱਗ ਜਾਏ ਕਿ ਮੈਂ ਸੋਲੂਸ਼ਨ ਲੈ ਆਊਂਗਾ। ਪਤਾ ਲੱਗ ਜਾਂਦਾ ਹੁੰਦਾ ਕਿ ਮੇਰੀ ਮਾਂ ਮੇਰੀ ਘਰ ਵਾਲੀ ਹੈ। ਹੁਣ ਟ੍ਰੈਜਡੀ ਇਸ ਗੱਲ ਦੀ ਹੈ ਕਿ ਬੰਦਾ ਕਿੰਨਾ ਕੁ ਦੁੱਖ ਸੰਭਾਲ ਸਕਦਾ ਹੈ। ਆਦਮੀ ਨੂੰ ਪਤਾ ਲੱਗਦਾ ਕਿ ਮੈਂ ਬਾਦਸ਼ਾਹ ਹੈ ਔਰ ਜਿਹੜੇ ਮੇਰੇ ਭੈਣ ਭਰਾ ਮੇਰੀ ਔਲਾਦ ਹੈ ਔਰ ਮੇਰੀ ਮਾਂ ਮੇਰੀ ਤੀਵੀਂ ਹੈ। ਉਸ ਤੋਂ ਬਾਅਦ ਤੁਸੀਂ ਜੀਓਗੇ ਕਿੱਦਾਂ? ਤੁਹਾਡੀ ਕੋਈ ਜ਼ਿੰਮੇਵਾਰੀ ਨਹੀਂ। ਕਿਉਂ? ਕਿਉਂਕਿ ਤੁਸੀਂ ਮਨੁੱਖ ਹੋ। ਕਿਉਂਕਿ ਮਨੁੱਖ ਹੋ ਤੁਸੀਂ, ਸਾਧੂ ਨਹੀਂ ਹੋ। ਜੇ ਸਾਧੂ ਹੋ ਤਾਂ ਤੁਸੀਂ ਉਹ ਮਨੁੱਖ ਨਹੀਂ ਹੋ ਜਿਹੜਾ ਆਮ ਮਨੁੱਖ ਹੁੰਦਾ। ਇਸੇ ਲਈ ਐਥਿਕਸ 2 ਕਿਤਾਬਾਂ ਉਹਦੀਆਂ ਅਰਸਤੂ ਦੀਆਂ, ਇੱਕ ਦੇ ਵਿੱਚ ਉਹ ਗੱਲ ਕਰਦਾ ਸਟੇਟਸਮੈਨ ਵਾਲੀ। ਸੋ ਟ੍ਰੈਜਡੀ ਇੱਕ ਨੀਵੇਂ ਪੱਧਰ ਤੇ ਖੁਸ਼ੀ ਦਿੰਦੀ ਰਿਕ੍ਰੀਏਸ਼ਨ ਦੀ। ਤੁਸੀਂ ਫਿਲਮ ਦੇਖਦੇ ਹੋ, ਸਵਾਦ ਆ ਜਾਂਦਾ। ਇੱਕ ਇਮੋਸ਼ਨਲ ਕਥਾਰਸਿਸ ਹੈ। ਦੂਜਾ ਹਸਪਤਾਲ ਵਾਲਾ। ਤੀਸਰਾ ਉਹ ਹੈਪੀਨੈਸ ਦੀ ਗੱਲ ਕਰਦਾ ਹੈ ਜਿਹੜੀ ਸਭ ਤੋਂ ਉੱਪਰ ਹੈ ਔਰ ਟ੍ਰਾਂਸੈਂਡੈਂਟਲ, ਜਿਹੜੀ ਯੂਨੀਵਰਸਲ ਹੈ। ਔਰ ਜਦੋਂ ਅਰਸਤੂ ਨੂੰ ਪੁੱਛਿਆ ਜਾਂਦਾ, ਔਰ ਉਹਨੇ ਇਹ ਪੋਡਿਸ ਲਿਖਿਆ ਵੀ ਹੈ ਕਿ ਪੋਪੂਲਰ ਹੋਣਾ ਤੁਹਾਡਾ ਆਈਡੀਅਲ ਨਹੀਂ ਹੋਣਾ ਚਾਹੀਦਾ। ਚੰਗੀ ਟ੍ਰੈਜਡੀ ਲਿਖੋ, ਖੂਬਸੂਰਤ ਟ੍ਰੈਜਡੀ ਲਿਖੋ, ਲੋਕਾਂ ਨੂੰ ਪਸੰਦ ਆਵੇ ਜਾਂ ਨਾ ਆਵੇ। ਮੈਂ ਉਹ ਟ੍ਰੈਜਡੀ ਤੁਹਾਨੂੰ ਚਾਹੁੰਦਾ ਕਿ ਤੁਸੀਂ ਲਿਖਿਆ ਕਰੋ। ਹੁਣ ਆਪਾਂ ਇਸ ਨੂੰ ਸਮਾਪਤੀ ਕਰਦੇ ਹਾਂ ਇਸ ਸੈਸ਼ਨ ਦੀ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ, ਕਿਉਂਕਿ ਮੇਲੇ ਵਰਗੀ ਜਗ੍ਹਾ ਤੇ ਇੱਕ ਲਿਟਰੇਰੀ ਥਿਊਰੀ ਦੀ, ਪੋਇਟਿਕਸ ਦੀ, ਅਰਿਸਟੋਟਲ ਦੀ ਗੱਲ ਕਰਨੀ ਤੇ ਤੁਸੀਂ ਉਹਨਾਂ ਨੂੰ ਇੰਨੇ ਧਿਆਨ ਨਾਲ ਸੁਣਿਆ, ਇਹ ਰੀਅਲ ਮਤਲਬ ਬਹੁਤ ਹੀ ਵਧੀਆ ਗੱਲ ਹੈ। ਤੇ ਆਪਾਂ ਫਿਰ ਅਗਲੇ ਸੈਸ਼ਨ ਤੇ ਮਿਲਦੇ ਹਾਂ। ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ।